ਗੁੱਡ ਮਾਰਨਿੰਗ ਆਲ। ਵੈਲਕਮ ਟੂ ਬਾਲਾਜੀ ਐਜੂਕੇਸ਼ਨ ਪੁਆਇੰਟ। ਮੈਂ ਤੁਹਾਡਾ ਸਭ ਦਾ ਬਾਲਾਜੀ ਐਜੂਕੇਸ਼ਨ ਪੁਆਇੰਟ ਦੇ ਉੱਤੇ ਸਵਾਗਤ ਕਰਦਾ। ਜਦ ਕਿ ਤੁਹਾਨੂੰ ਸਭ ਨੂੰ ਪਤਾ ਹੈ, ਪੰਜਾਬ ਗਵਰਨਮੈਂਟ ਕਰਨੀ ਤੋਂ ਸਕੂਲ ਬੇਸ ਤੇ ਕੁਝ ਵੈਕੈਂਸੀਜ਼ ਆਊਟ ਕੀਤੀਆਂ ਗਈਆਂ ਸੀ, ਜਿਹਦੇ ਵਿੱਚ ਇੱਕ ਵੈਕੈਂਸੀ ਤੁਹਾਡੀ ਆਪਣੀ ਸੀਗੀ ਕਮਰਸ ਦੀਆਂ। ਠੀਕ ਹੈ, ਕਮਰਸ ਦੀ ਟੋਟਲ ਵੈਕੈਂਸੀਜ਼ ਜੋ ਆਊਟ ਕੀਤੀ ਗਈਆਂ ਸੀ ਪੰਜਾਬ ਗਵਰਨਮੈਂਟ ਕਰਨੀ ਤੋਂ, ਇਹ ਜੋ ਕਮਰਸ ਦੀ ਵੈਕੈਂਸੀਜ਼ ਨੇ ਬੈਕਲੌਗ ਬੇਸ ਤੇ ਨੇ। ਠੀਕ ਹੈ, ਤੁਹਾਨੂੰ ਸਭ ਨੂੰ ਪਤਾ ਹੈ ਕਿ ਜੋ ਕਮਰਸ਼ੀਅਲ ਵੈਕੈਂਸੀਜ਼ ਆਊਟ ਹੋਈਆਂ ਨੇ, ਟੋਟਲ 43 ਤੁਹਾਡੀ ਆਪਣੀ ਵੈਕੈਂਸੀਜ਼ ਆਊਟ ਹੋਈਆਂ ਨੇ। ਠੀਕ ਹੈ, ਇਸ ਸਭ ਦੀ ਗੱਲ ਕਰਨ ਤੋਂ ਪਹਿਲਾਂ ਕੁਝ ਗੱਲਾਂ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗਾ। ਇਹਦਾ ਸਿਲੇਬਸ ਕੀ ਹੋਏਗਾ, ਟੋਟਲ ਵੈਕੈਂਸੀਜ਼ ਕਿੰਨੀਆਂ ਨੇ, ਕਿੰਨੇ ਮਾਰਕਸ ਦਾ ਐਗਜ਼ਾਮ ਹੋਏਗਾ, ਕਿਸ ਤਰ੍ਹਾਂ ਤੁਹਾਨੂੰ ਆਪਣੀ ਸਾਰੀ ਐਲੀਜੀਬਿਲਿਟੀ ਕਲੀਅਰ ਕਰਨੀ ਹੈ। ਬੀਐਡ ਹੋਣੀ ਜ਼ਰੂਰੀ ਹੈ, ਫਸਟ ਆਫ ਆਲ ਹਾਇਰ ਐਜੂਕੇਸ਼ਨ ਬੇਸ ਤੇ ਐਮਕॉम ਹੋਣੀ ਜ਼ਰੂਰੀ ਹੈ, ਜਾਂ ਫਿਰ ਉਹਨਾਂ ਦੇ ਨਾਲ ਮਿਲਦੀ ਹੋਈ ICW ਹੋਣੀ ਜ਼ਰੂਰੀ ਹੈ, ਸੀਏ ਹੋਣੀ ਜ਼ਰੂਰੀ ਹੈ। ਉਹ ਸਾਰੀ ਚੀਜ਼ਾਂ ਦੀ ਆਪਾਂ ਹੁਣ ਗੱਲ ਕਰਾਂਗੇ। ਸਿਲੇਬਸ ਓਵਰਆਲ ਕਿਵੇਂ ਹੋਏਗਾ, ਕਿਵੇਂ ਨਹੀਂ ਹੋਏਗਾ, ਉਹ ਸਾਰਾ ਤੁਹਾਡੇ ਸਾਹਮਣੇ ਸਿਲੇਬਸ ਵੀ ਦੱਸ ਕੇ ਜਾਊਂਗਾ। ਫਸਟ ਆਫ ਆਲ, ਮਾਈ ਸੈਲਫ ਇਜ਼ ਰਾਹੁਲ ਗੋਇਲ। ਮੇਰਾ UGC ਨੈਟ 3 ਟਾਈਮ UGC ਨੈਟ ਕਲੀਅਰ ਹੈ ਕਮਰਸ ਦੇ ਵਿੱਚ। ਠੀਕ ਹੈ, ਉਸ ਤੋਂ ਬਾਅਦ ਜੋ ਬਾਲਾ ਐਜੂਕੇਸ਼ਨ ਪੁਆਇੰਟ ਤੋਂ ਕੰਨੀ ਤੋਂ ਤੁਹਾਨੂੰ ਸਿਰਫ ਇੱਕ ਟੈਸਟ ਸੀਰੀਜ਼ ਲਾਂਚ ਕੀਤੀ ਜਾ ਰਹੀ ਹੈ ਕਮਰਸ ਬੇਸ ਤੇ। ਠੀਕ ਹੈ, ਮੇਰਾ 3 ਟਾਈਮ UGC ਨੈਟ ਕਲੀਅਰ ਹੈ। ਮੇਰਾ ਰਜਿਸਟ੍ਰੇਸ਼ਨ ਦਸੰਬਰ ਦੇ ਵਿੱਚ 2019 ਦੇ ਵਿੱਚ ਹੋਇਆ। ਦੈਨ ਉਸ ਤੋਂ ਬਾਅਦ ਅਪ੍ਰੈਲ ਦੇ ਵਿੱਚ 2019 ਦੇ ਵਿੱਚ ਹੋਇਆ, ਔਰ 18 ਦਸੰਬਰ ਦੇ ਵਿੱਚ ਹੋਇਆ। ਆਈ ਮੀਨ ਟੂ ਸੇ 3 ਟਾਈਮ UGC ਨੈਟ ਕਲੀਅਰ ਕਰਨ ਤੋਂ ਬਾਅਦ ਜੋ ਤੁਹਾਡੇ ਇਹ ਪੰਜਾਬ ਗਵਰਨਮੈਂਟ ਕਰਨੀ ਤੋਂ ਸਕੂਲ ਬੇਸ ਦੀ ਵੈਕੈਂਸੀਜ਼ ਆਊਟ ਹੋਈਆਂ ਨੇ, ਇਹ ਨਾ ਸੋਚਿਓ ਕਿ ਇਹਦੇ ਵਿੱਚ ਜੋ ਸਿਲੇਬਸ ਕਲੀਅਰ ਕੀਤਾ ਜਾਊਗਾ ਸਿਰਫ ਬਰੀਫਲੀ ਟੂ ਦੀ ਪੁਆਇੰਟ ਹੀ ਗੱਲ ਕੀਤੀ ਜਾਊਗੀ। UGC ਬੇਸ ਤੇ ਇਹਨਾਂ ਦੀ ਜੋ ਟੈਸਟ ਸੀਰੀਜ਼ ਹੋਏਗੀ ਕਾਫੀ ਡਿਫਿਕਲਟ ਲੈਵਲ ਤੇ ਕਰਵਾਇਆ ਜਾਏਗਾ। ਠੀਕ ਹੈ, ਜੋ ਬਾਲਾ ਐਜੂਕੇਸ਼ਨ ਪੁਆਇੰਟ ਕਰਨੀ ਤੋਂ ਇਹ ਕੀਤੀ ਜਾ ਰਹੀ, ਕੰਡਕਟ ਕੀਤੀ ਜਾ ਰਹੀ ਹੈ। ਠੀਕ ਹੈ, ਹੁਣ ਤੁਹਾਡੇ ਸਾਹਮਣੇ ਪਹਿਲੇ ਤਾਂ ਮੈਂ ਗੱਲ ਕਰੂੰਗਾ ਜੋ ਇਹ ਐਗਜ਼ਾਮ ਕੰਡਕਟ ਕੀਤਾ ਜਾ ਰਿਹਾ ਤੁਹਾਡਾ ਆਪਣਾ, ਜਿਹਦੀ ਲਾਸਟ ਡੇਟ ਭਰਨ ਦੀ ਟੋਟਲ ਹੈਗੀ ਸੀ 30 ਜਨ। ਆਈ ਹੋਪ ਕਿ ਤੁਹਾਨੂੰ ਸਭ ਨੇ ਇਹ ਐਗਜ਼ਾਮ ਜੋ ਕੀਤਾ ਹੋਏਗਾ ਫਿਲ ਕਰ ਦਿੱਤਾ ਹੋਣਾ। ਠੀਕ ਹੈ, 150 ਮਾਰਕਸ ਦਾ ਟੋਟਲ ਐਗਜ਼ਾਮ ਹੋਏਗਾ। 150 ਮਾਰਕਸ ਦਾ ਟੋਟਲ ਐਗਜ਼ਾਮ ਹੋਏਗਾ, ਜਿਸ 'ਚ ਸਿਲੇਬਸ ਕੀ ਹੋਏਗਾ, ਸਿਲੇਬਸ ਕੀ ਨਹੀਂ ਹੋਏਗਾ, ਆਪਾਂ ਹੁਣ ਗੱਲ ਕਰਾਂਗੇ। ਪਹਿਲੀ ਗੱਲ ਤਾਂ ਮੈਂ ਤੁਹਾਨੂੰ ਦੱਸਣ ਜਾ ਰਿਹਾ, ਜੋ ਕਮਰਸ ਲੈਕਚਰਾਰ ਦੀਆਂ ਵੈਕੈਂਸੀਜ਼ ਆਊਟ ਹੋਈਆਂ ਨੇ, ਫਰੈਸ਼ ਵੈਕੈਂਸੀਆਂ ਜੋ ਹੈਗੀਆਂ ਤੁਹਾਡੀ ਆਪਣੀ ਟੋਟਲ 43 ਨੇ, ਜਿਹਦੇ ਵਿੱਚੋਂ ਜਰਨਲ ਦੀ ਟੋਟਲ ਵੈਕੈਂਸੀ ਜੋ ਆਊਟ ਹੋਈਆਂ ਨੇ 16 ਨੇ। ਜਿਵੇਂ ਕਿ ਤੁਹਾਨੂੰ ਪਤਾ ਹੀ ਹੈ, ਪੰਜਾਬ ਗਵਰਨਮੈਂਟ ਕਰਨੀ ਤੋਂ 33% ਜੋ ਹੈ ਤੁਹਾਡੀ ਆਪਣੀ ਰਿਜ਼ਰਵ ਕੋਟਾ, ਉਹ ਜੋ ਹੈ ਤੁਹਾਡਾ ਆਪਣੇ ਫੀਮੇਲ ਜੈਂਡਰ ਨੂੰ ਦੇ ਦਿੱਤਾ ਗਿਆ ਹੈ। ਆਈ ਮੀਨ ਟੂ ਸੇ ਵੂਮਨ ਨੂੰ ਦੇ ਦਿੱਤਾ ਗਿਆ ਹੈ। ਤਾਂ ਜੋ ਤੁਹਾਡੇ ਆਪਣੇ 16 ਵੈਕੈਂਸੀ ਜੋ ਆਊਟ ਹੋਈਆਂ ਸੀ ਜਰਨਲ ਦੇ ਵਿੱਚੋਂ, ਜਿਹਦੇ ਵਿੱਚ 4 ਵੈਕੈਂਸੀ ਕਿੰਨੀਆਂ ਦੀਆਂ ਤੁਹਾਡੀ ਆਪਣੀਆਂ ਫੀਮੇਲ ਜੈਂਡਰ ਦੀਆਂ ਨੇ। ਲਾਈਕ ਜਿਵੇਂ ਤੁਹਾਡੇ ਸਾਹਮਣੇ ਸੈਕਿੰਡ ਤੇ ਕੈਟੇਗਰੀ ਦੇ ਵਿੱਚ ਹੈ ਸ਼ਡਿਊਲ ਕਾਸਟ, ਬੈਕਵਰਡ ਕਾਸਟ, ਉਸ ਤਰ੍ਹਾਂ ਸਾਰੀ ਆਪਣੀ ਜਿਹੜੀ ਸਰਵਿਸ ਮਤਲਬ ਜੋ ਦਿੱਤੀ ਵੀਆਂ ਨੇ ਵੈਕੈਂਸੀਜ਼ ਰਿਜ਼ਰਵ ਕੀਤੀ ਵੀਆਂ ਨੇ। ਨਾਰਮਲ ਜਿੰਨੀ ਜਰਨਲ ਦੀ ਜਿੰਨੀ ਹੈਗੀ ਹੈ, SC ਦੀ ਜਿੰਨੀ ਹੈਗੀ ਹੈ, ਉਹਦੇ ਵਿੱਚੋਂ ਇੱਕ ਤੁਹਾਡੀ ਆਪਣੀ ਫੀਮੇਲ ਦੀ ਹੋਗੀ। ਦੈਨ ਉਸ ਤੋਂ ਬਾਅਦ ਫਿਰ ਸ਼ਡਿਊਲ ਕਾਸਟ ਦੇ ਵਿੱਚ ਹੋਗੀ 5 ਹੈਗੀ ਟੋਟਲ ਵੈਕੈਂਸੀ, ਜਿਵੇਂ 3 ਤੁਹਾਡੀਆਂ 2 ਆਪਣੀਆਂ ਫੀਮੇਲ ਦੀ ਹੋ ਗਈਆਂ। ਬੈਕਵਰਡ ਵਿੱਚ ਟੋਟਲ ਹੈਗੇ ਤੁਹਾਡੀ ਆਪਣੀ 4, ਮਤਲਬ ਕਿ ਉਸ ਤੋਂ ਜਿਹਦੇ 'ਚ 2 ਤੁਹਾਡੀ ਆਪਣੀ ਫੀਮੇਲ ਜੈਂਡਰ ਦੀ ਹੋ ਗਈਆਂ। ਇਸ ਤਰ੍ਹਾਂ ਕੁਛ ਬਾਇਓਫਿਕੇਸ਼ਨ ਕਰਕੇ ਉਹਨਾਂ ਨੇ 43 ਵੈਕੈਂਸੀਜ਼ ਆਊਟ ਕੀਤੀ ਵੀਆਂ ਨੇ, ਜਿਹਦੇ ਵਿੱਚ ਐਕਸ ਸਰਵਿਸਮੈਨ ਆ ਗਏ, ਸਪੋਰਟਸ ਆ ਗਿਆ, ਫਿਜ਼ੀਕਲ ਹੈਂਡੀਕੈਪਟ ਆ ਗਏ, ਫਰੀडम फाइटर आ गए, इकोनॉमिक वीकर सैक्शन आ गया। मतलब कि टोटल वैकेंसी जो है ਤੁਹਾਡੀ ਆਪਣੀ 43 ਵੈਕੈਂਸੀਜ਼ ਨੇ, ਜਿਹਦੇ ਵਿੱਚ ਤੁਹਾਡੀ ਆਪਣੀਆਂ ਰਿਜ਼ਰਵ ਕੋਟੇ ਦੇ ਅਕੋਰਡਿੰਗ ਫੀਮੇਲ ਜੈਂਡਰ ਦੀ ਟੋਟਲ ਕਿੰਨੀ ਨਿਕਲਣਗੀਆਂ, 13 ਨਿਕਲਣਗੀਆਂ। ਠੀਕ ਹੈ ਬੇਟੇ। ਹਾਂਜੀ, ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ, ਜੋ ਇਹ ਐਗਜ਼ਾਮ ਹੈ 150 ਮਾਰਕਸ ਦਾ ਐਗਜ਼ਾਮ ਹੋਏਗਾ। 150 ਮਾਰਕਸ ਦਾ ਐਗਜ਼ਾਮ ਹੋਏਗਾ। ਅਗਰ ਜਿਸ ਤੋਂ ਦੇਖਿਆ ਜਾਵੇ ਤਾਂ 75 ਕੁਐਸਚਨ ਜਾਂ 150 ਕੁਐਸਚਨ ਵੀ ਪੁੱਛੇ ਜਾ ਸਕਦੇ ਆ। ਜਿਸ ਪਰ ਹੈ ਗਵਰਨਮੈਂਟ ਕਰਨੀ ਤੋਂ, ਪੰਜਾਬ ਗਵਰਨਮੈਂਟ ਦੀ ਕਰਨੀ ਤੋਂ ਕੁਝ ਵੀ ਨੋਟੀਫਿਕੇਸ਼ਨ ਅਜੇ ਆਊਟ ਨਹੀਂ ਹੋਈ ਹੈ। ਮੇਰੇ ਕਰਨੀ ਤੋਂ ਆਈ ਮੀਨ ਟੂ ਸੇ ਬਾਲਾ ਐਜੂਕੇਸ਼ਨ ਪੁਆਇੰਟ ਕਰਨੀ ਤੋਂ ਇੱਕ ਟੈਸਟ ਸੀਰੀਜ਼ ਲਾਂਚ ਕੀਤੀ ਜਾ ਰਹੀ ਹੈ। ਠੀਕ ਹੈ, ਜੋ ਤੁਹਾਨੂੰ ਆਲਰੇਡੀ ਪਤਾ ਹੀ ਹੋਏਗਾ ਕਿ ਜੋ ਟੈਸਟ ਸੀਰੀਜ਼ ਹੈ ਟੋਟਲ ਤੁਹਾਡੇ ਆਪਣੇ ਐਗਜ਼ਾਮ ਦੇ ਪੈਟਰਨ ਦੇ ਵੇ ਤੇ ਕੀਤਾ ਜਾਏਗਾ। ਹੁਣ ਜੋ ਗੱਲ ਕੀਤੀ ਜਾਵੇ ਕਿ ਤੁਹਾਡਾ ਸਿਲੇਬਸ ਕੀ ਹੋਏਗਾ, ਸਿਲੇਬਸ ਕੀ ਨਹੀਂ ਹੋਏਗਾ, ਉਹ ਮੈਂ ਤੁਹਾਡੇ ਨਾਲ ਹੁਣ ਪਹਿਲਾਂ ਹੀ ਗੱਲ ਕਰੂੰਗਾ, ਇਸ ਤੋਂ ਬਾਅਦ ਗੱਲ ਕਰਦਾ। ਲੇਕਿਨ 150 ਮਾਰਕਸ ਦਾ ਐਗਜ਼ਾਮ ਹੋਏਗਾ, ਇਹ ਧਿਆਨ ਰੱਖਣਾ, ਜਿਹਦੀ ਲਾਸਟ ਡੇਟ ਪਰਸੋਂ ਸੀਗੀ, ਆਈ ਮੀਨ ਟੂ 30 ਜਨ ਸੀਗੀ 2021 ਦੀ ਤੁਹਾਡੀ ਲਾਸਟ ਡੇਟ ਸੀਗੀ। ਉਹ ਵੀ ਤੁਹਾਨੂੰ ਪਤਾ ਹੀ, ਜੋ ਏਜ ਹੁੰਦੀ ਹੈ ਤੁਹਾਡੀ 18 ਤੋਂ ਲੈ ਕੇ 37 ਤੱਕ ਦੀ ਹੁੰਦੀ ਹੈ ਪੰਜਾਬ ਗਵਰਨਮੈਂਟ ਦੇ ਕਰਨੀ ਤੋਂ ਵੀ। ਜਿਹੜਾ ਬੰਦੇ ਦੀ ਘੱਟੋ ਘੱਟ ਜਿਹੜੀ ਉਮਰ ਹੋਏਗੀ ਉਹ 18 ਤੋਂ ਲੈ ਕੇ 37 ਸਾਲ ਤੱਕ ਦੀ ਹੋਏਗੀ। ਉਸ ਤੋਂ ਬਾਅਦ ਥਰਡ ਉਹਨਾਂ ਨੇ ਆਪਣੀ ਐਲੀਜੀਬਿਲਿਟੀ ਮੰਗੀ ਹੈ और दसी है कि MCOM होना जरूरी है या फिर ICW होना जरूरी है, प्लस ये उन्होंने दसी है कि एक BEd होनी जरूरी है। हूँ BEd कॉमर्स के आती है, सिंपल BEd है और सिंपल BEd की भी है। वो जो थोड़े अपने मार्क्स ने वो कुछ नहीं दसते भी BEd के अपनी मैरिट लिस्ट आएगी
या एमकॉम की मैरिट लिस्ट 'ਚ आएगी। ऐसा कुछ नहीं है कि बीएड बस एलिजिबिलिटी होनी चाहिए है। एमकॉम के नाल अगर कोई एमकॉम नहीं है तो ICWA होना जरूरी है, ठीक है, या फिर उस एक चार्टेड अकाउंटेंट होना जरूरी है, CA होना जरूरी है। इस चीज़ की उन्होंने गल की गई सी। मतलब कि अगर देखा जाए 4 कंडीशन 150 मार्क्स का एग्जाम होएगा, ठीक है। जो सैकेंड सी लास्ट डेट थोड़ी अपनी 30 जन 2021 ਸੀਗੀ। ਉਸ ਤੋਂ ਬਾਅਦ ਜੋ ਏਜ ਐਲੀਜੀਬਿਲਟੀ ਹੈ ਤੁਹਾਡੀ 18 ਤੋਂ ਲੈ ਕੇ 37 ਸਾਲ ਤੱਕ ਦੀ ਹੈ। ਉਸ ਤੋਂ ਬਾਅਦ ਜੋ ਤੁਹਾਡੇ ਆਪਣੀ ਐਮਕॉम ਪਲੱਸ ਤੁਹਾਨੂੰ ਕੀ ਚਾਹੀਦੀ ਇੱਕ ਬੀਐਡ ਚਾਹੀਦੀ ਹੈ, ਜਾਂ ਫਿਰ ਕਿਸੇ ਪਾਸ ਐਮਕॉम ਨਹੀਂ ਹੈ ਤਾਂ ਉਹਦਾ ਇਕੁਇਵਲੈਂਟ ਐਲੀਜੀਬਿਲਟੀ ICWA ਹੋਏਗੀ, ਉਹ ਤੁਹਾਡਾ ਆਪਣਾ ਚਾਰਟਰਡ ਅਕਾਊਂਟੈਂਟ ਜਾਂ ਫਿਰ ਜੇ ਤੁਹਾਡਾ ਆਪਣਾ CA ਹੋਏਗਾ, ਕਹਿਣ ਦਾ ਮਤਲਬ, ਠੀਕ ਹੈ। ਉਸ ਦੇ ਨਾਲ ਮਿਲਦੀ ਜੁਲਦੀ ਇੱਕ ਚੀਜ਼ ਹੋਰ ਇੰਪੋਰਟੈਂਟ ਵਨ ਹੈ कि जो थोड़ी अपनी बीएड है वो परसुइंग नहीं होनी चाहिए, वो पिवट की होनी चाहिए थोड़ी अपनी एक मतलब कंपलसरी है जो थोड़ी बीएड कंप्लीशन होनी जरूरी है। कई बच्चे होंगे ने कि परसुइंग भर देंगे ने कि असी परसुइंग बीएड साडा लास्ट सेमेस्टर चल रहा है, थर्ड सेमेस्टर चल रहा है, उन्होंने मैंशन किया हुआ है कि जो बीएड है साडी की होनी चाहिए है, कंप्लीट होनी जरूरी है, ठीक है बेटे। लग गया होगा सब नूं पता इस चीज़ के बारे। उस तो बाद दूसरी गल दस्सण वाली यह है कि एग्जाम 150 के मार्क्स हुण पेपर 2 होंगे, पेपर 1 होएगा। इसी पंजाब करनी तो कोई हजे नहीं है, बट अपने बालाजी एजुकेशन पॉइंट करनी तो ये 150 का मार्क्स आप दोनों पेपर कंडक्ट करावांगे, जिहदा सिलेबस मैं तुहानूं हुणी नीचे दस्सण जाऊँगा, ठीक है। ऑलरेडी ये सारी कंडीशन थोड़ी इस पैटर्न के अकॉर्डिंग सीगियां। 43 वैकेंसीज टोटल आउट हुई सी, जिहदे विच जरनल दी 16 सीगियां, 4 फीमेल जेंडर सी, फिर SC BC आ गया। टोटल कैटेगरी कितनी बन गई, मतलब कि टोटल 10 कैटेगरी बनी है, जिहदे विच थोड़ी वैकेंसी कितनी आउट की गई पंजाब गौरमेंट करनी तो 43। लास्ट डेट ऑलरेडी भर दी, लास्ट डेट थी थोड़ी अपनी 30 जन 2021, जिस दे विचों हुण सिलेबस की आएगा उस सिलेबस की मैं तुहाडे नाल हुण नीचे गल करूँगा। जो तुहाडे सामने एक सिलेबस है, आई होप कि विजिबल होएगा सब नूं, ठीक है। हुण देखो एक जिवें तुहाडे सामने एक सिलेबस दिता है कमर्स का, जिस च उन्होंने पार्ट च डिवाइड किया हुआ है। जिवें कि फर्स्ट पार्ट दे विच आंदा तुहाडी अपनी अकाउंटिंग की होंदी है। फर्स्ट पार्ट दे विच आंदा की है अकाउंटिंग की है। हुण अकाउंटिंग दे विच इह तां है नहीं कि हाँ अकाउंटिंग दी असीं जे गल करांगे तो अकाउंटिंग सिर्फ +1 या +2 की अकाउंटिंग होएगी। ਇਹ ਜਿਹੜੀ ਅਕਾਊਂਟਿੰਗ ਦੀ ਗੱਲ ਕੀਤੀ ਜਾਊਗੀ ਆਪਾਂ 3 ਵੇ ਨਾਲ ਕਰਾਂਗੇ, ਜਿਸ 'ਚ ਆਪਾਂ ਫਸਟ ਕਰਾਂਗੇ ਇੱਕ ਫਾਈਨੈਂਸ਼ੀਅਲ ਅਕਾਊਂਟਿੰਗ, ਇਹਦੇ ਨਾਲ ਮਿਲਦਾ ਜੁਲਦਾ ਹੈਗਾ ਇੱਕ ਐਡਵਾਂਸਡ ਅਕਾਊਂਟਿੰਗ, ਠੀਕ ਹੈ, ਜਿਹਨੂੰ ਮੈਂ AA ਦੇ ਨਾਲ ਡਿਨੋਟ ਕੀਤਾ ਹੈ। ਫਸਟ ਆ ਗਏ ਤੁਹਾਡੇ ਆਪਣੀ ਫਾਈਨੈਂਸ਼ੀਅਲ ਅਕਾਊਂਟਿੰਗ, ਨਾਲ ਦੇ ਨਾਲ ਲਗਭਗ ਇਹਦੇ ਨਾਲ ਇੱਕ ਸਾਰ ਹੋਰ ਸ਼ੁਰੂ ਕਰਾਂਗੇ ਐਡਵਾਂਸਡ ਅਕਾਊਂਟਿੰਗ। ਐਡਵਾਂਸ ਅਕਾਊਂਟਿੰਗ ਦੇ ਵਿੱਚ ਜੋ ਸਿਲੇਬਸ ਆ ਮੈਂ ਤੁਹਾਨੂੰ ਨੀਚੇ ਗੱਲ ਕਰੂੰਗਾ। ਇੱਕ ਇਹਦੇ ਨਾਲ ਆਪਾਂ ਗੱਲ ਕਰਾਂਗੇ ਸੈਕਿੰਡ ਪੁਆਇੰਟ ਤੇ ਕੋਸਟ ਅਕਾਊਂਟਿੰਗ ਕੀ ਹੁੰਦੀ ਹੈ, ਠੀਕ ਹੈ। ਨਾਲ ਆਪਾਂ ਗੱਲ ਕਰਾਂਗੇ ਇਹਦੇ ਵਿੱਚ FM ਕੀ ਹੁੰਦੀ ਹੈ। FM ਸਟੈਂਡਸ ਫॉर ਫਾਈਨੈਂਸ਼ੀਅਲ ਮੈਨੇਜਮੈਂਟ। ਅਗਰ ਮੈਂ ਗੱਲ ਕਰਾਂ ਕਿ ਅਗਰ ਕੋਸਟ ਅਕਾਊਂਟਿੰਗ ਦੀ ਗੱਲ ਕੀਤੀ ਜਾਵੇ ਤਾਂ ਇਹਦੇ ਨਾਲ ਪਲੱਸ ਦੂਸਰੇ ਨੰਬਰ 'ਤੇ ਆਪਾਂ ਗੱਲ ਕਰਾਂਗੇ ਆਪਣੀ ਮੈਨੇਜਮੈਂਟ ਅਕਾਊਂਟਿੰਗ ਦੀ, ਜਿਹਨੂੰ ਅਸੀਂ ਗੱਲ ਕਰਾਂਗੇ MA ਦੀ, ਠੀਕ ਹੈ। 3 ਅਕਾਊਂਟਸ ਆਈ ਮੀਨ ਟੂ ਮੇਨ ਨੇ, ਵੈਸੇ ਤਾਂ ਅਸੀਂ 3 ਨਾਲ ਜਾਣਦੇ ਹਾਂ, ਟੋਟਲ ਤੁਹਾਡੇ ਆਪਣੇ 5 ਬਣਦੇ ਨੇ। ਫਸਟ ਆਉਂਦਾ ਤੁਹਾਡਾ ਆਪਣਾ ਫਾਈਨੈਂਸ਼ੀਅਲ ਅਕਾਊਂਟਿੰਗ, ਸੈਕਿੰਡ ਆਉਂਦਾ ਤੁਹਾਡਾ ਆਪਣਾ ਐਡਵਾਂਸ ਅਕਾਊਂਟਿੰਗ, ਇਸ ਦੇ ਨਾਲ ਲਗਵਾ ਦੂਸਰਾ ਆਉਂਦਾ ਕੋਸਟ ਅਕਾਊਂਟਿੰਗ। ਅਗਰ ਨਾਲ ਹੀ ਕੀਤਾ ਜਾਵੇ ਤਾਂ ਮੈਨੇਜਮੈਂਟ ਅਕਾਊਂਟਿੰਗ। ਫਾਈਨੈਂਸ਼ੀਅਲ ਮੈਨੇਜਮੈਂਟ ਦਾ ਜੋ ਪੈਟਰਨ ਕਰਵਾਇਆ ਜਾਊਗਾ ਉਹ ਬਹੁਤ ਇੰਪੋਰਟੈਂਟ ਹੈ, ਕਿਉਂਕਿ ਮਲਟੀਪਲ ਕੁਐਸਚਨ ਪੁੱਛੇ ਜਾ ਸਕਦੇ ਨੇ, ਠੀਕ ਹੈ। ਹੁਣ 2021 ਦੇ ਵਿੱਚ ਤੁਹਾਡੇ ਪ੍ਰੀਵੀਅਸ ਕੁਐਸਚਨ ਪੇਪਰ ਮੈਂ ਤੁਹਾਡੇ ਨਾਲ ਉਹ ਵੀ ਸਟ੍ਰੈਸ ਦੇ ਵਿੱਚ ਐਡ ਆਨ ਕਰੂੰਗਾ, ਜੋ ਪਹਿਲਾਂ ਕਿਸ ਬੇਸ ਤੇ ਕਿਹੜੇ ਕੁਐਸਚਨ ਪੁੱਛੇ ਗਏ ਸੀ। ਇਨਵਾਇਰਨਮੈਂਟ ਦੇ ਕਾਫੀ ਕੁਐਸਚਨ ਪੁੱਛੇ ਗਏ ਨੇ। CSR ਕੀ ਹੁੰਦੀ ਹੈ, CSR ਦੇ ਵਿੱਚ ਤੁਹਾਡੀ ਇਨਵੈਸਟਮੈਂਟ ਕ੍ਰਾਈਟੇਰੀਆ ਕਿਸ ਤਰ੍ਹਾਂ ਰਹੇਗਾ, ਉਹ ਸਾਰੀ ਗੱਲ ਕੀਤੀ ਜਾਂਦੀ ਹੈ, ਠੀਕ ਹੈ। ਹੁਣ ਜਿਵੇਂ ਕਿ ਤੁਹਾਡੀ ਪਾਰਟ A ਦੇ ਵਿੱਚ ਅਕਾਊਂਟਿੰਗ ਹੈ, ਜਿਵੇਂ ਕਿ ਤੁਹਾਡੇ ਫਸਟ ਪੁਆਇੰਟ 'ਚ ਲਿਖਿਆ ਹੋਇਆ ਹੈ ਇੰਟਰੋਡਕਸ਼ਨ ਆਫ ਅਕਾਊਂਟਿੰਗ। ਇਹਦੇ ਵਿੱਚ ਜਿਹੜਾ ਮੇਨ ਪੁਆਇੰਟ ਹੈ ਉਹ ਸਾਡੇ ਵਾਸਤੇ ਆਉਂਦਾ IFRS ਕੀ ਹੁੰਦੀ ਹੈ, ਠੀਕ ਹੈ, ਪੁੱਛ ਲੈਂਦੇ ਨੇ, ਇਹਦੇ ਵਿੱਚ ਕੁਐਸਚਨ ਪੁੱਛਿਆ ਜਾਂਦਾ ਹੈ। ਨੈਕਸਟ ਆਉਂਦਾ ਤੁਹਾਡੇ ਵਾਸਤੇ ਇੱਕ ਅਕਾਊਂਟਿੰਗ ਪ੍ਰਿੰਸੀਪਲਸ, ਠੀਕ ਹੈ। ਅਕਾਊਂਟਿੰਗ ਪ੍ਰਿੰਸੀਪਲ ਦੇ ਵਿੱਚ ਪ੍ਰਿੰਸੀਪਲ ਆਫ ਪ੍ਰੂਡੈਂਸ ਪੁੱਛ ਲੈਂਦੇ ਨੇ, ਪ੍ਰਿੰਸੀਪਲ ਆਫ ਕੰਜ਼ਰਵੇਸ਼ਨ ਪੁੱਛ ਲੈਂਦੇ ਨੇ, ਜਾਂ ਈਵਨ ਕਿ ਤੁਹਾਡੀ ਕੰਸੈਪਟ ਵੀ ਪੁੱਛੇ ਜਾ ਸਕਦੇ ਨੇ। ਬਿਜ਼ਨਸ ਐਂਟੀਟੀ ਕੰਸੈਪਟ ਕੀ ਹੁੰਦਾ ਹੈ, ਉਸ ਤੋਂ ਬਾਅਦ ਤੁਹਾਡਾ ਐਕਰੀਅਲ ਬੇਸਿਕ ਕੰਸੈਪਟ ਕੀ ਹੁੰਦਾ ਹੈ, ਠੀਕ ਹੈ। ਉਸ ਤੋਂ ਬਾਅਦ ਬਿਜ਼ਨਸ ਐਂਟੀਟੀ ਕੰਸੈਪਟ ਕੀ ਹੁੰਦਾ ਹੈ, ਮੋਨੀਟਰੀ ਮੇਜਰਮੈਂਟ ਕੰਸੈਪਟਸ ਕੀ ਹੁੰਦੇ ਨੇ, ਜਿਵੇਂ ਕਿ ਆਲਰੇਡੀ ਸਿਲੇਬਸ ਦੇ ਵਿੱਚ ਮੈਂਸ਼ਨ ਵੀ ਕੀਤਾ ਹੋਇਆ ਹੈ, ਠੀਕ ਹੈ। ਤੁਹਾਨੂੰ ਸਭ ਨੂੰ ਪਤਾ ਹੈ ਮੈਚਿੰਗ ਕੰਸੈਪਟ ਕੀ ਹੁੰਦਾ ਹੈ, ਉਹ ਸਾਰੀ ਚੀਜ਼ਾਂ ਪੁੱਛੀ ਜਾ ਸਕਦੀਆਂ ਨੇ। ਹੁਣ ਨੈਕਸਟ ਆਓ, ਅਗਰ ਮੈਂ ਗੱਲ ਕਰਾਂ ਇਸ ਟੈਂਜੇ ਦੀ, ਇਸ ਟੈਂਜੇ ਦੇ ਵਿੱਚ ਇਹ ਜੋ ਸਾਰਾ ਪੈਰਾ ਹੈ, ਠੀਕ ਹੈ, ਸਾਰਾ +2 +1 ਬੇਸ 'ਤੇ ਹੈ, ਤੁਹਾਨੂੰ ਸਭ ਨੂੰ ਪਤਾ ਹੈ। ਜਸਟ ਇੱਕ ਜੋ ਬਹੁਤ ਮੇਨ ਹੈ ਕਾਰਨ ਕੀ, ਅਗਰ ਮੈਂ ਪ੍ਰੀਵੀਅਸ ਪੇਪਰ ਦੇਖਾਂ 2021 ਦਾ, ਤਾਂ ਉਹਦੇ ਵਿੱਚ ਕਾਫੀ ਬੱਚਿਆਂ ਤੋਂ ਫੀਡਬੈਕ ਲਿੱਤਾ ਸੀ ਪੇਪਰ ਕਿਸ ਤਰ੍ਹਾਂ ਕ੍ਰਾਈਟੇਰੀਆ ਦਾ ਸੀਗਾ। ਐਕਚੁਅਲੀ ਟੀਚਰ ਨੂੰ ਹੁੰਦਾ ਹੈ ਕਿ ਪਹਿਲਾਂ ਬੱਚੇ ਨੂੰ ਪੇਪਰ ਪੁੱਛਿਆ ਜਾਵੇ ਪੇਪਰ ਕਿਸ ਤਰ੍ਹਾਂ ਦਾ ਸੀਗਾ,
ਤਾਂ ਮੋਸਟ ਪ੍ਰੋਬੇਬਲੀ ਬੱਚੇ ਦਾ ਇਹੀ ਕਹਿਣਾ ਸੀਗਾ ਵੀ ਪੇਪਰ ਆਇਆ ਸੌਖਾ ਸੀ, ਲੇਕਿਨ ਅਸੀਂ ਮੋਸਟਲੀ ਮੈਂ ਇੱਕ ਦੋ ਜਾਣੇ ਕਾਫੀ ਜਾਣੇ ਤੋਂ ਪੁੱਛਿਆ ਵੀ ਹੈ, ਉਹ ਕਹਿੰਦੇ ਅਸੀਂ ਬਿਜ਼ਨਸ ਸਟੱਡੀ ਪੜ੍ਹ ਕੇ ਚਲੇ ਗਏ ਕਿ ਅਕਾਊਂਟੈਂਸੀ ਦੇ ਵਿੱਚ ਪੇਪਰ ਪੁੱਛ ਲਿੱਤਾ ਗਿਆ ਸਾਰਾ +1 ਦੇ ਅਕਾਊਂਟੈਂਸੀ। ਲੇਕਿਨ ਇਸ ਵਾਰੀ ਆਪਾਂ ਉਹ ਗਲਤੀ ਨਹੀਂ ਕਰਾਂਗੇ। ਸਾਰੀ ਜੋ ਟੈਸਟ ਸੀਰੀਜ਼ ਬਾਲਾਜੀ ਐਜੂਕੇਸ਼ਨ ਪੁਆਇੰਟ ਜੋ ਦਿੱਤੀ ਜਾਊਗੀ ਤੁਹਾਨੂੰ, ਉਹ ਸਾਰਾ ਟਿਪੀਕਲੀ ਮੈਂ ਬਾਰ-ਬਾਰ ਕਹਿ ਰਿਹਾ ਬਹੁਤ ਜ਼ਿਆਦਾ ਡੀਪਲੀ ਟੈਸਟ ਸੀਰੀਜ਼ ਹੈ ਆਪਣੀ, ਜੋ ਬਣ ਵੀ ਚੁੱਕੀ ਹੈ। ਠੀਕ ਹੈ, ਹੁਣ ਜੋ ਇਹ ਸਾਰਾ ਪੈਰਾ ਹੈ, ਹੁਣ ਇਹਦੇ ਵਿੱਚ ਮੈਂ ਗੱਲ ਕਰੂੰਗਾ ਜੋ ਮੇਨ ਪੁਆਇੰਟ ਨੇ। ਇਹ 'ਚ ਜੋ ਮੇਨ ਗੱਲ ਨਹੀਂ ਤੁਹਾਡੀ ਇਹ ਪੁੱਛੀ ਜਾਊਗਾ ਸਿੰਗਲ ਐਂਟਰੀ ਸਿਸਟਮ, ਜੋ ਮੈਂ ਤੁਹਾਨੂੰ ਇੱਕ ਹਾਈਲਾਈਟ ਵੀ ਕੀਤਾ ਬਾਕਸ ਤੇ ਕਰਨੀ ਤੋਂ ਕੰਪਲੀਟ ਇਨਕੰਪਲੀਟ ਰਿਕਾਰਡ ਫਸਟ ਪੁਆਇੰਟ ਇਹਦੇ ਵਿੱਚ ਪੁੱਛਿਆ ਜਾਂਦਾ ਹੈ। ਔਰ ਜੋ ਤੁਹਾਡਾ ਆਪਣਾ ਸੈਕਿੰਡ ਆਉਂਦਾ ਉਹ ਬਿਲ ਆਫ ਐਕਸਚੇਂਜ ਦੀ ਪਾਰਟੀ ਬਾਰੇ ਪੁੱਛਦਾ ਹੈ, ਕਿੰਨੀ ਪਾਰਟੀਜ਼ ਨੇ ਟੋਟਲ, ਡਰੋਈ ਹੁੰਦਾ ਹੈ, ਡਰਾਇਰ ਹੁੰਦਾ ਹੈ, ਪੇਈ ਹੁੰਦਾ ਹੈ, ਇਸ ਬਾਰੇ ਕੁਐਸਚਨ ਪੁੱਛੇ ਜਾਂਦੇ ਨੇ। ਔਰ ਮੇਰਾ ਇੱਕ ਕਹਿਣ ਦਾ ਮਤਲਬ ਇੱਕ ਇਸ ਦੇ ਵਿੱਚੋਂ ਬਿਲ ਆਫ ਐਕਸਚੇਂਜ ਦੇ ਵਿੱਚ ਮਲਟੀਪਲ ਬੱਚੇ ਇਸ ਤਰ੍ਹਾਂ ਦੇ ਨੇ ਜੋ ਕਨਫਿਊਜ਼ ਵੀ ਹੋ ਜਾਂਦੇ ਨੇ ਵੀ ਪੇਈ ਔਰ ਡਰਾਇਰ ਸੇਮ ਹੁੰਦਾ ਕਿ ਨਹੀਂ ਹੁੰਦਾ, ਔਰ ਸਾਰੀ ਚੀਜ਼ਾਂ ਆਪਾਂ ਇਹਦੇ ਨਾਲ ਗੱਲ ਕਰਾਂਗੇ। ਠੀਕ ਹੈ ਬੇਟੇ, ਨੈਕਸਟ ਆਓ ਅਗਲਾ ਪੁਆਇੰਟ, ਜੋ ਇਸ ਤਰ੍ਹਾਂ ਦਾ ਸਾਰਾ ਸਟੇਜ ਹੈ, ਆ ਸਾਰਾ ਇਹ ਤੁਹਾਡਾ ਆਪਣਾ +2 ਦਾ ਅਕਾਊਂਟੈਂਸੀ ਹੈ। ਮੈਂ ਆਲਰੇਡੀ ਪਹਿਲਾਂ ਬੋਲ ਰਿਹਾ, ਜਿਵੇਂ ਕਿ ਤੁਹਾਡੇ ਸਾਹਮਣੇ ਸਿਲੇਬਸ 'ਚ ਮੈਂਸ਼ਨ ਕੀਤਾ ਗਿਆ ਹੈ। ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਕੀ ਹੁੰਦਾ ਹੈ, ਨਾਟ ਪ੍ਰੋਫਿਟ ਆਰਗੇਨਾਈਜੇਸ਼ਨ ਵੀ ਬੋਲਦੇ ਨੇ ਕਈ ਜਾਨੇ, NPO ਵੀ ਬੋਲਦੇ ਨੇ, ਨਾਟ ਫॉर ਪ੍ਰੋਫਿਟ ਆਰਗੇਨਾਈਜੇਸ਼ਨ ਵੀ ਬੋਲਦੇ ਨੇ। ਇਹਦੇ ਵਿੱਚ 3 ਅਕਾਊਂਟਸ ਬਣਦੇ ਨੇ, ਰਿਸਿਪਟ ਐਂਡ ਪੇਮੈਂਟ ਅਕਾਊਂਟ, ਜਿਵੇਂ ਤੁਹਾਡੇ ਸਾਹਮਣੇ ਮੈਂਸ਼ਨ ਕੀਤਾ ਹੋਇਆ ਹੈ। ਕਿਉਂਕਿ ਇਹ ਅਲੱਗ ਸਿਲੇਬਸ 'ਚ ਮੈਂਸ਼ਨ ਹੈ ਨਾ, ਤਾਂ ਇਟ ਮੀਨ ਕਿ ਮੰਨ ਕੇ ਚੱਲਣਾ ਵੀ ਕੁਐਸਚਨ 'ਚ ਪੁੱਛੇ ਜਾ ਸਕਦੇ ਨੇ। ਇਨਕਮ ਐਂਡ ਐਕਸਪੈਂਡੀਚਰ ਅਕਾਊਂਟ ਹੋ ਗਿਆ, ਔਰ ਇਵਨ ਕਿ ਤੁਹਾਡੀ ਆਪਣੀ ਬੈਲੈਂਸ ਸ਼ੀਟ ਹੋਗੀ, ਇਸ ਚੀਜ਼ ਦੇ ਬਾਰੇ ਕੁਐਸਚਨ ਪੁੱਛਦੇ ਨੇ। ਠੀਕ ਹੈ, ਤੁਹਾਡੇ ਸਾਹਮਣੇ ਜੋ ਸਿਲੇਬਸ ਹੈ ਪੂਰਾ ਨੈਟਸ਼ਲ ਸਿਲੇਬਸ ਹੈ, ਜਿਹਦੇ ਵਿੱਚ ਤਕਰੀਬਨ ਅਗਰ ਮੰਨ ਕੇ ਚੱਲਿਆ ਜਾਵੇ ਤਾਂ ਥੋੜੇ ਬਹੁਤ ਟੌਪਿਕ BCom ਵਾਲੇ ਐਡ ਔਨ ਕੀਤੇ ਗਏ ਨੇ, ਲੇਕਿਨ ਮੋਸਟ ਪ੍ਰੋਬੇਬਲੀ ਜਿਹੜੇ ਟੌਪਿਕ ਉਹ ਸਾਰੇ ਤੁਹਾਡੇ ਕੀ ਨੇ +1 ਦੇ ਟੌਪਿਕਸ ਨੇ। ਨੈਕਸਟ ਆਓ, ਜਿਵੇਂ ਇਹ ਤੁਹਾਡਾ ਆਪਣੇ ਫਾਈਨੈਂਸ਼ੀਅਲ ਅਕਾਊਂਟਿੰਗ ਦੀ ਗੱਲ ਹੈ, ਤੁਹਾਨੂੰ ਮੈਂ ਕਿਹਾ ਸੀ ਮੈਂ ਤੁਹਾਡੇ ਨਾਲ ਐਡਵਾਂਸ ਅਕਾਊਂਟਿੰਗ ਦੀ ਵੀ ਗੱਲ ਕਰੂੰਗਾ। ਐਡਵਾਂਸ ਅਕਾਊਂਟਿੰਗ ਦਾ ਜੋ ਪੁਆਇੰਟ ਆਉਂਦਾ ਸੈਕਿੰਡ, ਠੀਕ ਹੈ, ਐਡਵਾਂਸ ਕੰਪਨੀ ਅਕਾਊਂਟ ਦੇ ਵਿੱਚ ਪੁੱਛਿਆ ਜਾਂਦਾ ਕੁਐਸਚਨ ਕਿ ਇਸ 'ਚ ਧਿਆਨ ਰੱਖਣਾ ਹਮੇਸ਼ਾ ਜਿਹੜੇ ਨੂਮੈਰੀਕਲ ਕੁਐਸਚਨ ਪੁੱਛੇ ਜਾਂਦੇ ਨੇ ਉਹ ਪੁੱਛੇ ਜਾਂਦੇ ਸ਼ੇਅਰ ਕੈਪੀਟਲ 'ਚੋਂ, ਹਾਊ ਟੂ ਕੈਲਕੂਲੇਟ ਦ ਕੈਪੀਟਲ ਰਿਜ਼ਰਵ ਕਿਵੇਂ ਕੱਢਿਆ ਜਾਏਗਾ। ਤੁਹਾਨੂੰ ਸਭ ਨੂੰ ਪਤਾ ਹੈ ਕਿ ਜੋ ਟੌਪਿਕ ਪੁੱਛੇ ਜਾਂਦੇ ਨੇ ਅਲੋਟਮੈਂਟ ਕੀ ਹੁੰਦੀ ਹੈ ਨਾ, ਉਸ ਤੋਂ ਬਾਅਦ ਐਪਲੀਕੇਸ਼ਨ ਅਮਾਊਂਟ ਕੀ ਹੁੰਦੀ ਹੈ, ਫੋਰਫਿਟ ਕਿਸ ਤਰ੍ਹਾਂ ਕਰਦੇ ਆ, ਰੀਇਸ਼ੂ ਕਿਸ ਤਰ੍ਹਾਂ ਕਰਦੇ ਆ, ਦੈਨ ਹਾਊ ਟੂ ਕੈਲਕੂਲੇਟ ਦੀ ਕੈਪੀਟਲ ਰਿਜ਼ਰਵ ਕਿਵੇਂ ਮਤਲਬ ਕਿ ਕੈਲਕੂਲੇਟ ਕੀਤਾ ਜਾਂਦਾ ਹੈ। ਇਹ ਮੇਨ ਪੁਆਇੰਟਸ ਨੇ, ਜਿਵੇਂ ਕਿ ਤੁਹਾਡੇ ਸਾਹਮਣੇ ਆਲਰੇਡੀ ਮੈਂਸ਼ਨ ਵੀ ਕੀਤਾ ਹੈ। ਇਸ਼ੂਜ਼ ਕੀ ਹੁੰਦੇ ਨੇ, ਅਲੋਟਮੈਂਟਸ ਕੀ ਹੁੰਦੇ ਨੇ, ਫੋਰਫਿਟ ਕੀ ਹੁੰਦਾ ਹੈ, ਦੁਬਾਰਾ ਤੋਂ ਰੀਪਰਚੇਸ ਕਰਦੇ ਆ, ਬਾਏਬੈਕ ਕਰਦੇ ਆ, ਉਹ ਸਾਰੇ ਪੁਆਇੰਟ ਇਹਦੇ ਵਿੱਚ ਪੁੱਛੇ ਜਾਂਦੇ ਨੇ। ਉਸ ਤੋਂ ਬਾਅਦ ਨੈਕਸਟ ਆਓ, ਇਹ ਬਹੁਤ ਇੰਪੋਰਟੈਂਟ ਕਨਸੈਪਟ ਹੈ ਲਿਕੁਇਡੇਸ਼ਨਸ ਕਹਿ ਸਕਦੇ ਆ। ਠੀਕ ਹੈ, ਅਮਲਗਾਮੇਸ਼ਨ ਆ ਜਾਂਦਾ ਹੈ, ਅਮਲਗਾਮੇਟਰ ਆ ਜਾਂਦਾ ਹੈ, ਮਰਜਰ ਆ ਜਾਂਦਾ ਹੈ, ਟੇਕ ਓਵਰ ਆ ਜਾਂਦਾ ਹੈ, ਅਬਜ਼ਰਪਸ਼ਨ ਆ ਜਾਂਦੀ ਹੈ, ਉਹ ਸਾਰੇ ਟੌਪਿਕ ਪੁੱਛਦੇ ਨੇ। ਇਹ ਧਿਆਨ ਰੱਖਿਓ, ਮਲਟੀਪਲ ਬੱਚੇ ਇਸ ਤਰ੍ਹਾਂ ਦੇ ਹੋਣਗੇ ਜਿਨ੍ਹਾਂ ਨੂੰ ਹਜੇ ਤੱਕ ਤਕਰੀਬਨ ਮੈਨੂੰ ਲੱਗਦਾ ਜਿੱਥੇ ਤੱਕ ਮੈਨੂੰ ਲੱਗਦਾ ਹੈ ਕਿ ਬੱਚੇ ਨੂੰ ਮਰਜਰ, ਡੀਮਰਜਰ, ਅਬਜ਼ਰਪਸ਼ਨ, ਅਮਲਗਾਮੇਸ਼ਨ, ਠੀਕ ਹੈ, ਦੁਬਾਰਾ ਤੋਂ ਰੀਕਨਸਟਰਕਟ ਕਰਨਾ, ਰੀਪਰਚੇਸ ਕਰਨਾ, ਇਹਨਾਂ ਵਿੱਚ ਵੀ ਕਨਫਿਊਜ਼ਨ ਹੁੰਦੀ ਹੈ। ਮੈਂ ਬਾਲਾਜੀ ਐਜੂਕੇਸ਼ਨ ਪੁਆਇੰਟ ਕਰਨੀ ਤੋਂ ਇਹ ਸਾਰੇ ਡਾਊਟਸ ਕਲੀਅਰ ਕਰਵਾਉਂਗਾ, ਮੈਂ ਬਾਰ-ਬਾਰ ਕਹਿ ਰਿਹਾ। ਠੀਕ ਹੈ, ਟੈਸਟ ਸੀਰੀਜ਼ ਜ਼ਰੂਰ ਲਾਂਚ ਕਰਦੇ ਪਏ ਆ, ਲੇਕਿਨ ਟੈਸਟ ਸੀਰੀਜ਼ ਦੇ ਨਾਲ ਜਿਵੇਂ ਹੀ ਕੁਐਸਚਨ ਤੁਹਾਨੂੰ ਮਿਲਦੇ ਜਾਣਗੇ ਉਹਦਾ ਤੁਹਾਨੂੰ ਡੀਪਲੀ ਤੁਹਾਨੂੰ ਆਨਸਰ ਵੀ ਆਊਟ ਕਰਦੇ ਜਾਵਾਂਗੇ। ਕਿਉਂਕਿ ਡਾਊਟ ਸੈਸ਼ਨ ਅੱਗੇ ਮੈਂ ਤੁਹਾਡੇ ਗੱਲ ਕਰੂੰਗਾ ਕਿੰਨੇ ਡਾਊਟ ਸੈਸ਼ਨ ਹੋਣਗੇ, ਕਿੰਨੇ ਮੌਕ ਟੈਸਟ ਮਿਲਣਗੇ ਤੁਹਾਨੂੰ, ਪ੍ਰੈਕਟਿਸ ਟੈਸਟ ਵਾਸਤੇ ਕਿੰਨੇ ਟੈਸਟ ਪੇਪਰਸ ਮਿਲਣਗੇ, ਉਹ ਸਾਰੀ ਆਪਾਂ ਗੱਲ ਕਰਾਂਗੇ। ਠੀਕ ਹੈ, ਨੈਕਸਟ ਆਓ, ਤੀਸਰਾ ਪੁਆਇੰਟ ਜੋ ਮੈਂ ਤੁਹਾਡੇ ਨਾਲ ਉੱਪਰ ਗੱਲ ਕਰਕੇ ਆਇਆ ਸੀ, ਕੋਸਟ ਪਲੱਸ ਮੈਨੇਜਮੈਂਟ ਅਕਾਊਂਟਿੰਗ। ਹੁਣ ਇਹਦੇ ਵਿੱਚ ਕੁਐਸਚਨ ਪੁੱਛਦੇ ਨੇ ਤੁਹਾਡਾ ਆਪਣੇ ਕੈਪੀਟਲ ਸਟਰਕਚਰ ਦੇ ਉੱਤੇ, ਕੋਸਟ ਆਫ ਕੈਪੀਟਲ ਉੱਤੇ, ਵਰਕਿੰਗ ਕੈਪੀਟਲ ਦੇ ਉੱਤੇ। ਠੀਕ ਹੈ, ਇਹਨਾਂ ਉੱਤੇ ਮਲਟੀਪਲ ਕੁਐਸਚਨ ਪੁੱਛੇ ਜਾਂਦੇ ਨੇ। ਕੁਐਸਚਨ ਮੈਨੇਜਮੈਂਟ ਅਕਾਊਂਟਿੰਗ ਚ ਕਿਹਦੇ ਵਿੱਚ ਪੁੱਛਿਆ ਜਾਂਦਾ ਹੈ, ਪਹਿਲੀ ਗੱਲ ਤਾਂ ਚਲੋ ਮੈਂ ਤੁਹਾਡੇ ਨਾਲ ਕੋਸਟ ਅਕਾਊਂਟਿੰਗ ਦੀ ਗੱਲ ਕਰਦਾ। ਕੋਸਟ ਅਕਾਊਂਟਿੰਗ ਦੇ ਵਿੱਚ ਜਿਹੜੇ ਕੁਐਸਚਨ ਪੁੱਛੇ ਜਾਂਦੇ ਨੇ ਤੁਹਾਡੇ ਆਪਣੇ ਬਜਟਰੀ ਕੋਸਟ ਕੀ ਹੁੰਦੀ ਹੈ, ਰਿਸਪੌਂਸਿਬਿਲਟੀ ਅਕਾਊਂਟਿੰਗ ਕੀ ਹੁੰਦੀ ਹੈ। ਠੀਕ ਹੈ, ਇਹਨਾਂ ਕੋਲ ਉੱਤੇ ਕੁਐਸਚਨ ਪੁੱਛਦੇ ਨੇ। ਇਸ ਵਾਰ ਤਾਂ ਕੁਐਸਚਨ ਆਇਆ ਹੋਇਆ ਸੀ ਤੁਹਾਡਾ ਆਪਣੇ ਮੈਨੇਜਮੈਂਟ ਅਕਾਊਂਟਿੰਗ ਦੇ ਵਿੱਚੋਂ ਰੇਸ਼ੀਓ ਐਨਾਲਿਸਿਸ ਉੱਤੇ ਕੁਐਸਚਨ ਦੇ ਉੱਤੇ ਪੁੱਛਿਆ ਗਿਆ ਸੀ। ਬ੍ਰੇਕ ਇਵਨ ਪੁਆਇੰਟ ਤੇ ਪੁੱਛ ਸਕਦੇ, ਨੋ ਪ੍ਰੋਫਿਟ ਐਂਡ ਲੋਸ ਇਜ਼ ਕਾਲਡ ਦਾ ਬ੍ਰੇਕ ਇਵਨ ਐਨਾਲਿਸਿਸ। ਐਸੇ ਕੁਐਸਚਨ ਮਲਟੀਪਲ ਪੁੱਛੇ ਜਾਂਦੇ ਨੇ। ਠੀਕ ਹੈ ਬੇਟੇ, ਹਾਂਜੀ ਦੇਖੋ ਤੁਹਾਡੇ ਸਾਹਮਣੇ ਜਿਵੇਂ ਕੋਸਟ ਐਂਡ ਮੈਨੇਜਮੈਂਟ ਅਕਾਊਂਟਿੰਗ ਦਾ ਸਿਲੇਬਸ ਹੈ, ਉਹਦੇ ਵਿੱਚ ਮੈਂਸ਼ਨ ਕੀਤਾ ਹੋਇਆ ਰੇਸ਼ੀਓ ਐਨਾਲਿਸਿਸ ਦੇ ਵਿੱਚ ਕੁਐਸਚਨ ਫਸਟ ਹੀ ਆਉਂਦਾ ਰੇਸ਼ੀਓ ਐਨਾਲਿਸਿਸ, ਸੈਕਿੰਡ ਆਉਂਦਾ ਫੰਡ ਫਲੋ ਔਰ ਕੈਸ਼ ਫਲੋ ਦਾ ਦੋਨਾਂ ਦਾ ਡਿਫਰੈਂਸ ਕੀ ਹੁੰਦਾ ਹੈ। ਫੰਡ ਫਲੋ ਜੋ ਹੁੰਦਾ ਹੈ ਉਹ ਕੈਸ਼ ਬੇਸ ਤੇ ਵੀ ਹੁੰਦਾ ਹੈ, ਪਲੱਸ ਤੁਹਾਡੇ ਆਪਣੇ ਕ੍ਰੈਡਿਟ ਟ੍ਰਾਂਜੈਕਸ਼ਨ ਜਿਸ 'ਚ ਪੈਸਾ ਆਉਂਦਾ ਵੀ ਹੈ ਜਾਂ ਨਹੀਂ ਵੀ ਆਉਂਦਾ, ਲੈਟ ਟੂ ਬੀ ਅਸਿਊਮਡ, ਨੋਟ ਟੂ ਬੀ ਰਿਸੀਵਡ, ਵੈਦਰ ਟੂ ਰਿਸੀਵਡ, ਐਸਾ ਕੁਝ ਕੁਐਸਚਨ ਪੁੱਛੇ ਜਾਂਦੇ ਨੇ ਫੰਡ ਫਲੋ ਦੇ ਵਿੱਚ।
कैश फ्लो स्टेटमेंट तुहानूं ऑलरेडी पता ही है, जिस 3 एक्टिविटी बनदियां ने। एक बनदी तुहाडी अपनी ऑपरेटिंग एक्टिविटी, एक बनदी तुहाडी इन्वेस्टिंग एक्टिविटी, दूसरी किहड़ी बनदी तुहाडी अपनी फाइनेंसिंग एक्टिविटी। लेकिन इस ट्रांजैक्शन असीं ਉਹੀ ਕਰਦੇ ਹਾਂ जो ਕਿਹੜੀ फॉर्म ਦੇ ਵਿੱਚ ਹੁੰਦੀਆਂ ਨੇ, कैश ਦੀ फॉर्म ਦੇ ਵਿੱਚ ਹੁੰਦੀਆਂ ਨੇ। ਨੈਕਸਟ ਆਉਂਦਾ ਤੁਹਾਡਾ ਆਪਣਾ ਜਿਹਦੇ ਵਿੱਚ ਕੁਐਸਚਨ ਪੁੱਛਦੇ ਨੇ, आई मीन टू से यूजीसी नेट इन्ना तो बिना अधूरा है, ठीक है। कैपिटल स्ट्रक्चर बहुत इंपॉर्टेंट है, बहुत इंपॉर्टेंट है। क्वेश्चन पूछे जाते हैं। लीवरेज 3 होंगी है, वैसे तो ऑलरेडी सिलेबस अकॉर्डिंग 2 ही ने। लास्ट में कंबाइंड लीवरेज होंगी है जिससे क्वेश्चन पूछे नहीं आता, लेकिन फाइनेंशियल ऑपरेटिंग लीवरेज क्वेश्चन पूछे जा सकते हैं। कॉस्ट ऑफ कैपिटल बहुत इंपॉर्टेंट है। कॉस्ट ऑफ डेट की होंगे, कॉस्ट ऑफ ऑपरेटिंग सिस्टम की होंगी है, कॉस्ट ऑफ, ठीक है, ध्यान रखना। उस तो बाद कैपिटल बजटिंग आ गया, क्वेश्चन पूछते हैं। नैक्सट आ गया वर्किंग कैपिटल, यूजीसी नेट ए तो बिना दूर है, ठीक है। कैपिटल वर्किंग कैपिटल मैनेजमेंट के क्वेश्चन पूछते हैं। ਤੁਹਾਡਾ अपना कैश बेस ਤੇ किस तरह होएगा, रिसीवेबल मैनेजमेंट किस तरह की होएगी, और मल्टीपल क्वेश्चंस ने। सबनों पता है किस तरह करना है, किस तरह नहीं करना, लेकिन उसनों करने का तरीका की होएगा वो बालाजी एजुकेशन पॉइंट तो दस्या जाऊगा, ठीक है। नैक्सट ऑफ बिजनेस स्टडी जो मेन है, पेपर च पूछ लेंदे ने ऑलरेडी, क्योंकि ये ਜਿਹੜੇ इस बार क्वेश्चन पूछे गए सी वो पूछे गए ਤੁਹਾਡੇ अपने CSR उत्ते, कॉरपोरेट सोशल रिस्पोंसिबिलिटी उत्ते, ठीक है। और दूसरी गल ये जो क्वेश्चन पूछा जाता है, पूछा जाता है न्यू इकनॉमिक पॉलिसी के उत्ते, न्यू इकनॉमिक पॉलिसी के उत्ते। तुहानूं सबनूं पता है 3 चीज़ां हुई सी। एक आई सी LPG, L मतलब LPG, L मतलब लिबराइजेशन, P मतलब प्राइवेटाइजेशन, G मतलब ग्लोबलाइजेशन। हुण अगर मैं गल करा, अगर LPG की लिबराइजेशन, प्राइवेटाइजेशन, ग्लोबलाइजेशन की, एक वर्ड मेरे सामने आऊगा निकल के, कॉमर्स की होंगी है, जिन्होंने हिंदी में असीं वाणिज्य बोलते हैं, ठीक है। वाणिज्य जिन्होंने असीं 3 टाइप च डिवाइड करांगे, बिजनेस की होंदा है, ठीक है। उस तो बाद प्रोफैशन की होंदा है, और सारी चीज़ों के पूछे जावांगे करांगे, ठीक है। एक चीज़ मुरे आएगी निकल के, अगर मैं CSR करनी है तो एक पूछा जाऊगा कि थोड़े अपने जो फेमा और फेरा एक्ट आए सी, है ना, उन्होंने किहड़ी चेंजिस लेके आए सी। क्वेश्चन पूछे जाते हैं। बिजनेस स्टडीज़ के मल्टीपल क्वेश्चन पूछे जाते हैं। आप सारे यानी थ्रैटिकल पोर्शन पढ़ के चले जाते हैं, लेकिन क्वेश्चन जो पूछते हैं वो बहुत घुम घुमा के क्वेश्चन पूछा जाता है, उत्थे ही बच्चा कन्फ्यूज हो जाता है। एक गल सुन लो ध्यान नाल, बालाजी एजुकेशन पॉइंट करनी तो जो है बिजनेस स्टडी का जो थोड़ा अपना टेस्ट सीरीज अलग लॉन्च किया हो, क्योंकि सारे टॉपिक इंडिविजुअल करवाए जाएंगे बालाजी एजुकेशन पॉइंट करनी तो, ठीक है। बार बार दस रहा, जो थोड़ा CSR का टॉपिक है, कॉर्पोरेट सोशल रिस्पोंसिबिलिटी, जो बिजनेस स्टडी के निकल के आया थोड़ा, ठीक है। इन्हों का जो क्वेश्चन ने वो 336 क्वेश्चन, मैं ऑलरेडी बोल रहा 336 क्वेश्चन ने, ठीक है। थोनू वैसे डैम्बो के तौर पर क्वेश्चन यूट्यूब के उत्ते पा भी दिते जाएंगे, लेकिन अगर जब करने हैं ध्यान रखिए बहुत डीपली क्वेश्चंस ने, जेडे पेपर बच्चे देना चाहते हैं सीरीयस होके प्लीज़ वो ध्यान नाल करियो पेपर, क्योंकि बिजनेस स्टडी के विचों क्वेश्चन जो पूछे जाते हैं वो घुम घुमा के क्वेश्चन पूछे जाते हैं। बच्चा उत्थे कन्फ्यूजन क्रिएट कर लेंदा अपने आप विच, मैनूं तां ये कुछ पूछे नहीं गया, दसते नहीं गया, ठीक है। हुण अगर मैं गल करा सर्विस सैक्टर, क्योंकि बिजनेस स्टडी का पार्ट है, ये सारे बिजनेस स्टडी के पार्ट ने। इंडस्ट्री की होंगी है और टाइप्स की ने, जिहदे असीं पढ़ते होंगे BO2B की होंदा है, बिजनेस टू बिजनेस की होंदा है, B2C की होंदा है, ठीक है, C2C की होंदा है, ठीक है, G2B की होंदा है, और सारी ट्रांजैक्शन आपां करनियां ने। दूसरी गल इहदे विच जिहड़ा क्वेश्चन पूछा जाता है, एक बिजनेस स्टडी दे विचों लॉजिस्टिक्स की होंदे ने, ये पेपर दे विच क्वेश्चन ऑलरेडी पूछदे ने लॉजिस्टिक्स की होंदा है, ठीक है। स्पेस नूं कह दिंदे ने, रिस्क नूं कह दिंदे ने, सर्विसिस नूं कह दिंदे ने, वो सारी चीज़ां तुहाडे अपने बिजनेस स्टडी दे विचों ही निकल के आंदियां ने। जिहदे नाल मिलदा जुलदा एक पॉइंट मेरे सामने आंदा, जिहदे विच तुहाडी अपनी बिजनेस जो है, बिजनेस स्टैटिक्स जो है, या बिजनेस स्टडी जो है वो अधूरी है। वो वर्ड है तुहाडे वास्ते ट्रांसपोर्ट। ट्रांसपोर्ट उत्ते क्वेश्चन जो पूछे जाते हैं और मल्टीपल क्वेश्चन पूछे जाते हैं। ट्रांसपोर्ट के नाल एक मिलती जुलती एक अमाउंट मुरे आती है, एक स्टेटमेंट मुरे आती है, वट इज़ द सर्विस सैक्टर। हुण ओही गल है, तुहाडे सामने सर्विस सैक्टर की गल करूँगा। टोटल 4 सर्विस सैक्टर होंदे ने। पहला आंदा तुहाडा अपना बैंकिंग, दूसरा तुहाडा हुंदा अपना इंश्योरेंस, थर्ड तुहाडा हुंदा अपना कम्युनिकेशन, एंड फोर्थ तुहाडा हुंदा एक अपना वेयर हाउसिंग। ये सारे जिहड़े 4 सर्विस सैक्टर ने। हुण इहदे विच जिहड़े क्वेश्चन आउणगे, पहली गल तां बैंकिंग, ठीक है, कोई भी टर्म पूछ सकदा है बैंकिंग दी, कोई भी टर्म पूछ सकदा तुहाडे तो, ठीक है। उस तो बाद मैक्स मैंशन किया गया फंक्शन ऑफ कमर्शियल बैंकिंग। कमर्शियल बैंकिंग के फंक्शन की होंगे, RBI आ गई, ठीक है,
ਜਾਂ ਫਿਰ ਕਹਿਣ ਦਾ ਮਤਲਬ ਤੁਹਾਡੇ ਆਪਣਾ ਸੈਂਟਰ ਬੈਂਕ ਜਿਹਨੂੰ ਆਪਾਂ ਗੱਲ ਕਰਦੇ ਹਾਂ, ਠੀਕ ਹੈ। ਸੈਂਟਰ ਬੈਂਕ ਦੇ ਫੰਕਸ਼ਨਸ ਕੀ ਹੁੰਦੇ ਨੇ, ਕਿਉਂਕਿ ਇਹਨਾਂ ਟਾਈਪ ਆਫ ਬੈਂਕਸ ਲਿਖਿਆ ਹੋਇਆ ਹੈ। ਅਗਰ ਇਹਦੇ ਨਾਲ ਮਿਲਦੀ ਜੁਲਦੀ ਮੈਂ ਗੱਲ ਕਰਾਂ ਤਾਂ ਅਕਾਊਂਟਸ ਬਾਰੇ ਪੁੱਛ ਸਕਦੇ ਨੇ। ਰੈਕਰਿੰਗ ਅਕਾਊਂਟ ਕੀ ਹੁੰਦਾ ਹੈ, ਠੀਕ ਹੈ। ਡਿਪੋਜ਼ਿਟਸ ਅਕਾਊਂਟ ਕੀ ਹੁੰਦਾ, ਹੁਣ ਡਿਪੋਜ਼ਿਟ ਅਕਾਊਂਟ ਦੀ ਗੱਲ ਕਰੀਏ ਤਾਂ ਕਰੰਟ ਡਿਪੋਜ਼ਿਟ ਆਉਣਗੇ, ਫਿਕਸਡ ਡਿਪੋਜ਼ਿਟਸ ਆਉਣਗੇ, ਉਹ ਕਿਹੜੇ ਡਿਪੋਜ਼ਿਟ ਆਉਣਗੇ ਉਹ ਸਭ ਦੀ ਗੱਲ ਕਰਾਂਗੇ, ਠੀਕ ਹੈ ਜੀ। ਨੈਕਸਟ ਆਓ, ਅਗਲਾ ਜੋ ਪੁਆਇੰਟ ਹੈ कम्युनिकेशन जैसे उन्हें सिलेबस अकॉर्डिंग दो ही चीज़ें मैंशन ने, पोस्टल और सेकंड है टेलीकम्युनिकेशन। अगर मैं गल करा कम्युनिकेशन दे बैरियर्स, ठीक है, उस तो बाद उस बैरियर्स नूं किवें ओवरकम किया जाऊगा ਉਹਦੇ क्वेश्चन पूछे जा सकते हैं, ठीक है। चलो नैक्सट आओ, अगला जो पॉइंट है थोड़े ने ऑलरेडी कर ही चुके CSR। अगर मैं गल करा एग्जाम करनी तो ये बहुत इंपॉर्टेंट कंसैप्ट है। CSR हुंदी की है, ਜਿਹਦੇ 'ਚ ਅਸੀਂ ਗੱਲ ਕਰਨੀ ਹੈ ਕਿ ਇੱਕ CS ਨੂੰ ਲੈ ਕੇ ਬਿਜ਼ਨਸ ਦੇ ਐਥਿਕਸ ਕਿਹੜੇ ਹੁੰਦੇ ਨੇ, ਬਿਜ਼ਨਸ ਦੇ ਸਟੈਂਡਰਡਸ ਕਿਹੜੇ ਹੁੰਦੇ ਨੇ, ਬਿਜ਼ਨਸ ਦੇ ਨੋਰਮਸ ਕਿਹੜੇ ਹੁੰਦੇ ਨੇ, ਬਿਜ਼ਨਸ ਦੇ ਰਾਈਟਸ ਐਂਡ ਰੋਂਗਸ ਕਿਹੜੇ ਹੁੰਦੇ ਨੇ, ਬਿਜ਼ਨਸ ਦੇ ਐਲੀਮੈਂਟਸ ਕਿਹੜੇ ਹੁੰਦੇ ਨੇ। ਜਿਹਦੇ 'ਚ ਇੱਕ ਨਿਕਲ ਕੇ ਅਗਰ ਮੈਂ ਗੱਲ ਕਰਾਂ ਤਾਂ ਇੱਕ ਵਰਡ ਨਿਕਲ ਕੇ ਪਹਿਲਾਂ ਆਊਗਾ ਕੰਜ਼ਿਊਮਰ ਪ੍ਰੋਟੈਕਸ਼ਨ ਐਕਟ। ਤੁਹਾਨੂੰ ਸਭ ਨੂੰ ਪਤਾ ਹੈ CPA ਬੋਲਦੇ ਆ। ਤਿੰਨ ਇਹਦੀ ਕਮਿਸ਼ਨਸ ਨੇ ਜਾਂ ਤਿੰਨ ਇਹਦੀ ਮਿਸ਼ਨਸ ਨੇ, ਕਹਿਣ ਦਾ ਮਤਲਬ ਤਿੰਨ ਇਹਦੀ ਮਿਸ਼ਨਰੀਜ਼ ਨੇ। ਪਹਿਲਾਂ ਆਉਂਦੀ ਤੁਹਾਡੀ ਆਪਣੀ ਨੈਸ਼ਨਲ ਮਸ਼ੀਨਰੀ, ਠੀਕ ਹੈ। ਦੂਸਰੀ ਆਉਂਦੀ ਤੁਹਾਡੀ ਆਪਣੀ ਸਟੇਟ ਮਸ਼ੀਨਰੀ, ਲਾਸਟ ਆਉਂਦੀ ਤੁਹਾਡੀ ਆਪਣੀ ਲੋਕਲ ਮਸ਼ੀਨਰੀ। ਇਹਨਾਂ ਦੀ ਐਲੀਜੀਬਿਲਿਟੀ ਕੀ ਹੋਏਗੀ ਉਹ ਸਾਰਾ ਅੱਗੇ ਰੱਖਾਂਗੇ। ਇਹ ਸਾਰੀ ਗੱਲ ਕੀਤੀ ਜਾਊਗੀ ਤੁਹਾਡੇ ਆਪਣੇ ਬਿਜ਼ਨਸ ਐਂਡ ਇਨਵਾਇਰਨਮੈਂਟ ਪ੍ਰੋਟੈਕਸ਼ਨ ਦੇ ਵਿੱਚੋਂ, ਠੀਕ ਹੈ। ਧਿਆਨ ਰੱਖਿਓ। ਹੁਣ ਅਗਰ ਮੈਂ ਬਿਜ਼ਨਸ ਸਟੇਟ ਦੀ ਗੱਲ ਕਰਾਂ ਤਾਂ 2-4 ਚੀਜ਼ਾਂ ਡੈਫੀਨੇਸ਼ਨ ਤੁਹਾਡੇ ਸਾਹਮਣੇ ਆਉਣਗੀਆਂ, ਉਹ ਵੀ ਬਹੁਤ ਇੰਪੋਰਟੈਂਟ ਨੇ। ਪਾਰਟਨਰਸ਼ਿਪ ਆਲਰੇਡੀ ਤੁਸੀਂ ਅਕਾਊਂਟੈਂਸੀ 'ਚ ਮੇਰੇ ਨਾਲ ਕਰਕੇ ਆਉਂਗੇ। ਸੋਲ ਪ੍ਰੋਪਰਾਈਟਰਸ਼ਿਪ ਪੁੱਛੀ ਜਾ ਸਕਦੀ ਹੈ। HCF ਹਿੰਦੂ ਅਨਡਿਵਾਈਡਡ ਫੈਮਿਲੀ ਪੁੱਛੀ ਜਾ ਸਕਦੀ ਹੈ। ਉਸ ਤੋਂ ਬਾਅਦ ਟਾਈਪ ਆਫ ਕੰਪਨੀਜ਼ ਦੀ ਗੱਲ ਕੀਤੀ ਜਾ ਸਕਦੀ ਹੈ। ਵੈਸੇ ਟਾਈਪ ਆਫ ਕੰਪਨੀਜ਼ ਦੀ ਗੱਲ ਤੁਸੀਂ ਮੇਰੇ ਅਕਾਊਂਟੈਂਸੀ ਦੇ ਵਿੱਚ ਲਿਕੁਇਡੇਸ਼ਨ, ਮਰਜਰ, ਉਸ ਤੋਂ ਬਾਅਦ ਅਮਲਗਾਮੇਸ਼ਨ, ਇਹਨਾਂ ਵਿੱਚ ਕੰਪਲੀਟ ਕਰੋਗੇ, ਕਿਉਂਕਿ ਇਹ ਸਾਰੀ ਚੀਜ਼ਾਂ ਨਾ ਬਿਜ਼ਨਸ ਸਟੱਡੀ ਵਿੱਚ ਇੰਨੀ ਕਲੈਰਿਟੀ ਦਿੰਦੀ ਹੈ ਜਿੰਨੇ ਅਕਾਊਂਟਿੰਗ ਕਨਸੈਪਟ 'ਚ ਦਿੰਦੀਆਂ ਨੇ। ਮੈਂ ਬਾਰ-ਬਾਰ ਕਹਿ ਰਿਹਾ ਬਿਜ਼ਨਸ ਸਟੱਡੀ ਦਾ ਸਿਲੇਬਸ ਬਹੁਤ ਜ਼ਿਆਦਾ ਹੈ, ਇਹ ਧਿਆਨ ਨਾਲ ਪੜ੍ਹਨ ਚਾਹੀਓ। ਕਿਉਂਕਿ ਇੱਕ ਪੇਜ ਅਗਰ ਗੱਲ ਕਰੀਏ ਸਿਲੇਬਸ ਅਕੋਰਡਿੰਗ ਤਾਂ ਸਿਲੇਬਸ ਅਕੋਰਡਿੰਗ ਇੱਕ ਪੇਜ ਤੁਹਾਨੂੰ ਆਪਣੀ ਇੰਨਾ ਦਾ ਹੀ ਮਿਲੂਗਾ। ਨੈਕਸਟ ਆਓ ਬਿਜ਼ਨਸ ਇਕਨੋਮਿਕਸ। ਸਭ ਨੂੰ ਪਤਾ ਹੈ ਜੋ ਬਿਜ਼ਨਸ ਇਕਨੋਮਿਕਸ ਹੈ ਦੋ ਵਰਡ ਤੋਂ ਮਿਲ ਕੇ ਜੁੜੀ ਹੈ। ਪਹਿਲਾ ਆ ਗਿਆ ਤੁਹਾਡਾ ਆਪਣਾ ਕੁਆਂਟੀਟੇਟਿਵ ਮੈਥਡ, ਦੂਸਰਾ ਆ ਗਿਆ ਤੁਹਾਡਾ ਆਪਣਾ ਬਿਜ਼ਨਸ ਇਕਨੋਮਿਕਸ। ਬਿਜ਼ਨਸ ਇਕਨੋਮਿਕਸ ਦੇ ਵਿੱਚ ਦੋਨੋਂ ਚੀਜ਼ਾਂ ਮਾਈਕਰੋ ਦੀ ਵੀ ਗੱਲ ਕੀਤੀ ਜਾਊਗੀ, ਉਸ ਤੋਂ ਬਾਅਦ ਇਹਦੇ ਵਿੱਚ ਮੈਕਰੋ ਦੀ ਵੀ ਗੱਲ ਕੀਤੀ ਜਾਊਗੀ, ਠੀਕ ਹੈ। ਕੁਆਂਟੀਟੇਟਿਵ ਮੈਥਡ 'ਚ ਤੁਹਾਨੂੰ ਪਤਾ ਹੀ ਹੈ ਕਿਹੜੇ ਕਿਹੜੇ ਪੁੱਛੇ ਜਾਂਦੇ ਨੇ। ਮੋਸਟਲੀ ਇਸ ਵਾਰੀ ਕੁਐਸਚਨ ਜਿਹੜਾ ਪੁੱਛਿਆ ਗਿਆ ਸੀ ਉਹ ਇੰਡੈਕਸ ਨੰਬਰ 'ਚ ਪੁੱਛਿਆ ਗਿਆ ਸੀ। ਉਹ ਇੱਕ ਪੁੱਛਿਆ ਗਿਆ ਸੀ ਤੁਹਾਨੂੰ ਆਪਣਾ ਕੋਰੀਲੇਸ਼ਨ ਦੇ ਵਿੱਚੋਂ। ਕੈਲੀ ਮੈਥਡ ਆਇਆ ਸੀ ਡਿਸਪਰਸਨ ਦੇ ਵਿੱਚੋਂ। ਕੋਸ਼ਿਸ਼ ਸਭ ਨੂੰ ਯਾਦ ਹੋਏਗਾ 2021 ਦੇ ਜਿਨ੍ਹਾਂ ਨੇ ਪੇਪਰ ਦਿੱਤਾ ਹੋਏਗਾ, ਠੀਕ ਹੈ। ਇਸ ਪੇਪਰ ਮੈਨੇ ਵੈਸੇ ਟੈਸਟ ਸੀਰੀਜ਼ ਜਦੋਂ ਬਣਾਈ ਹੈ ਹੁਣ, ਉਸ ਤੋਂ ਪਹਿਲਾਂ ਮੈਨੇ ਤੁਹਾਡੇ ਨਾਲ ਇੱਕ ਕੁਐਸਚਨ ਪੇਪਰ ਵੀ ਐਡ ਆਨ ਕੀਤਾ ਹੈ। ਉਹਦੀ ਗੱਲ ਮੈਂ ਤੁਹਾਡੇ ਨਾਲ ਗੱਲ ਕਰੂੰਗਾ ਜਦੋਂ ਤੁਹਾਡੇ ਡੈਮੋ ਦੇ ਤੌਰ ਤੇ YouTube ਦੇ ਉੱਤੇ ਇੱਕ ਲੈਕਚਰ ਪਏਗਾ, ਇਹ ਧਿਆਨ ਰੱਖਿਓ, ਠੀਕ ਹੈ ਜੀ। ਨੈਕਸਟ ਆਓ ਸਟੈਟਿਕਸ ਵਿੱਚ ਗੱਲ ਕੀਤੀ ਹੈ ਤੇ ਇਹਨਾਂ ਨੇ ਸਾਨੂੰ ਅਸੀਂ ਦੋ ਚੀਜ਼ਾਂ ਡਿਵਾਈਡ ਕਰਾਂਗੇ। ਪਹਿਲੀ ਗੱਲ ਕਰਾਂਗੇ ਅਸੀਂ ਇਹਦੇ ਵਿੱਚ ਬਿਜ਼ਨਸ ਸਟੈਟਿਕਸ ਦੀ। ਹੁਣ ਬਿਜ਼ਨਸ ਸਟੈਟਿਕਸ ਦੇ ਵਿੱਚ ਜਿਹੜੇ ਕੁਐਸਚਨ ਪੁੱਛੇ ਗਏ ਨੇ ਉਹ ਆਲਰੇਡੀ ਚੈਪਟਰ ਦੇ ਅਕੋਰਡਿੰਗ ਹੈ। ਅਗਰ ਤੁਸੀਂ ਚੱਕ ਕੇ ਦੇਖੋ ਕੋਈ ਵੀ ਬੁੱਕ ਦੇਖ ਲਓ, ਠੀਕ ਹੈ, ਤਾਂ ਬੁੱਕ ਦੇ ਅਕੋਰਡਿੰਗ। ਵੈਸੇ ਮੈंने ਬਾਰ-ਬਾਰ ਕਹਿ ਰਿਹਾ ਬੁੱਕ ਵਾਲੇ ਪੈਟਰਨ ਦੇ ਬਿਲਕੁਲ ਨਾ ਜਾਣਾ, ਕਿਉਂਕਿ ਜੋ ਬੁੱਕ ਵਾਲਾ ਪੈਟਰਨ ਹੈ ਉਹ ਤੁਹਾਡਾ ਆਪਣਾ ਪਤਾ ਨਹੀਂ ਕਿੰਨੇ ਸਾਲਾਂ ਤੋਂ ਉਹੀ ਰਿਪੀਟ ਕੀਤਾ ਜਾ ਰਿਹਾ, ਨੰਬਰ ਆਫ ਈਅਰਸ ਉਹੀ ਰੀਪ੍ਰਿੰਟ ਹੋ ਰਿਹਾ, ਕੋਈ ਚੇਂਜਸ ਨਹੀਂ ਹੈ। ਤਾਂ ਧਿਆਨ ਰੱਖਣਾ ਆਪਾਂ ਇੱਕ ਜੋ ਟੈਸਟ ਸੀਰੀਜ਼ ਕਰਨੀ ਹੈ ਉਹ ਨਵੇਂ ਮੋਡਿਊਲ ਤੋਂ ਕਰਾਂਗੇ। ਮੈਨੂੰ ਡੈਮ ਸ਼ੋਰ ਹੈ ਕਿ ਕਈ ਬੱਚੇ ਤਾਂ ਬਹੁਤ ਜ਼ਿਆਦਾ ਕਨਫਿਊਜ਼ ਹੋਣਗੇ ਇਸ ਚੀਜ਼ ਨੂੰ ਲੈ ਕੇ। ਜਿਸ ਕਨਫਿਊਜ਼ਨ ਨੂੰ ਦੂਰ ਕਰਨ ਵਾਸਤੇ ਬਾਲਾ ਐਜੂਕੇਸ਼ਨ ਪੁਆਇੰਟ ਤੁਹਾਡੇ ਸਾਹਮਣੇ ਬੈਠਾ ਹੈ। ਇਸ ਤਾਂ ਹੀ ਲੈ ਕੇ ਅਸੀਂ ਸਿਰਫ ਇਸ ਦਾ ਮੇਨ ਮੋਟਿਵ ਇਹ ਹੈ ਤਾਂ ਕਿ ਜੋ ਬੱਚੇ ਅੱਗੇ ਲੈਕਚਰਰ ਜਾਂ ਫਿਰ ਮਾਸਟਰ ਕੈਡਰ ਦੇ ਵਿੱਚ ਜਾਣ ਕੇ ਕਮਰਸ ਦੇ ਵਿੱਚ ਜਿਨ੍ਹਾਂ ਦੇ UGC ਨੈਟ ਦੇ ਵਿੱਚ ਇੰਕਲਾਈਨ ਹੈ, ਝੁਕਾਵ ਹੈ, ਉਹ ਬੱਚੇ ਪਹਿਲਾਂ ਆਪਣੇ ਬੇਸਿਕਸ ਟਰੂਥ ਨੂੰ ਜਾਂ ਯੂਨੀਵਰਸਲ ਟਰੂਥ ਨੂੰ ਕੀ ਕਰ ਸਕਣ, ਕਲੀਅਰ ਕਰ ਸਕਣ, ਠੀਕ ਹੈ ਜੀ। ਹੁਣ ਜਿਵੇਂ ਕਿ ਤੁਹਾਡੇ ਸਾਹਮਣੇ ਬਿਜ਼ਨਸ ਸਟੈਟਿਕਸ ਦੇ ਜੋ ਟੌਪਿਕ ਹੈ ਉਹ ਫਸਟ ਟੌਪਿਕ ਆਉਂਦਾ ਇੰਟਰੋਡਕਸ਼ਨ ਟੂ ਸਟੈਟਿਕਸ। ਜਿਹ 'ਚ ਕੁਐਸਚਨ ਜੋ ਪੁੱਛੇ ਜਾਂਦੇ ਨੇ ਉਹ ਸਿਰਫ ਇੱਕੋ ਹੀ ਕੁਐਸਚਨ ਦੇ ਵਿੱਚ ਪੁੱਛਿਆ ਜਾਂਦਾ ਕਿ ਜੋ ਸਟੈਟਿਕਸ ਦੇ ਟੂਲਸ ਨੇ, ਠੀਕ ਹੈ, ਉਹ ਕਿਹੜੇ ਕਿਹੜੇ ਟੂਲਸ ਨੇ ਉਹਦੇ ਵਿੱਚ ਕੁਐਸਚਨ ਪੁੱਛਿਆ ਜਾ ਸਕਦਾ ਹੈ। ਇਹ ਆ ਗਿਆ ਤੁਹਾਡਾ ਆਪਣਾ ਸਟੈਟਿਕਸ ਦੇ ਅਕੋਰਡਿੰਗ ਫਸਟ ਹੈ। ਸੈਕਿੰਡ ਆਉਂਦਾ ਤੁਹਾਡਾ ਆਪਣਾ ਕਲੈਕਸ਼ਨ ਆਫ ਡੇਟਾ। ਕਲੈਕਸ਼ਨ ਆਫ ਡਾਟਾ 'ਚ ਇੰਨੇ ਕੁਐਸਚਨਸ ਨਹੀਂ ਪੁੱਛੇ ਜਾਂਦੇ, ਲੇਕਿਨ ਧਿਆਨ ਰੱਖਿਓ ਜਾਂ ਨਾ ਇਹਦੇ 'ਚ ਪੁੱਛਦੇ ਨੇ ਕੁਐਸਚਨ ਕਿ ਜੋ ਕੁਐਸਚਨੀਅਰ ਹੈ ਉਸ ਜਿਹੜੇ ਕੁਐਸਚਨ ਪੁੱਛੇ ਜਾਂਦੇ ਨੇ ਉਹਨੇ ਟਾਈਪਸ ਕਿੰਨੇ ਨੇ। MCQs ਹੋ ਗਏ, ਹੋਰਸ ਹੋ ਗਏ, ਸਿੰਪਲ ਆਸਕਿੰਗ ਕੁਐਸਚਨਸ ਹੋ ਗਈਆਂ। ਕੰਸਟਰਕਸ਼ਨ ਆਫ ਕੁਐਸਚਨੀਅਰ ਦੇ ਕੁਐਸਚਨ ਪੁੱਛਦੇ ਨੇ ਟੋਟਲ ਕੁਐਸਚਨਸ ਕਿਸ ਤਰ੍ਹਾਂ ਦੇ ਹੋਣਗੇ, ਸਟਾਰਟਿੰਗ ਕਿਸ ਤਰ੍ਹਾਂ ਤੋਂ ਹੋਊਗੀ, ਮਤਲਬ ਕਿ ਪਰਸਨਲ ਐਡਰੈਸ ਤੋਂ ਸਟਾਰਟ ਕੀਤੀ ਜਾਊਗੀ ਜਾਂ ਤੁਹਾਡੇ ਫਾਰਮੈਟ ਦੇ ਅਕੋਰਡਿੰਗ ਸਟਾਰਟਿੰਗ ਕੀਤੀ ਜਾਊਗੀ। ਕੁਐਸਚਨ ਇਹਦੇ ਵਿੱਚ ਮੇਨ ਕੁਐਸਚਨ ਪੁੱਛਦੇ ਨੇ। ਉਸ ਤੋਂ ਬਾਅਦ ਥਰਡ ਆਉਂਦਾ ਸਟੈਟਿਕਸ ਦੀ ਥਿਊਰੀ ਆਫ ਸੈਂਪਲਿੰਗ। ਵੈਸੇ ਗੱਲ ਅਗਰ ਮੈਂ ਗੱਲ ਕਰਾਂ ਥਿਊਰੀ ਸੈਂਪਲਿੰਗ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਇਸ 'ਚ ਪੁੱਛ ਲੈਂਦੇ ਨੇ
ਇਹਦੇ ਮੈਥਡਸ ਕਿਹੜੇ ਨੇ। ਮੈਥਡ ਮਤਲਬ ਕੀ ਹੈ, ਕਿੰਨੀ ਟਾਈਪਸ ਹੁੰਦੀਆਂ ਨੇ ਸੈਂਪਲਿੰਗ ਦੀਆਂ। ਰੈਂਡਮ ਸੈਂਪਲਿੰਗ ਹੋ ਗਿਆ, ਠੀਕ ਹੈ। ਉਸ ਤੋਂ ਬਾਅਦ ਤੁਹਾਡਾ ਆਪਣਾ ਕੋਟਾ ਸੈਂਪਲਿੰਗ ਹੋ ਗਈ ਹੈ। ਤੁਹਾਡੀ ਸੈਂਪਲਿੰਗ ਦੇ ਵਿੱਚ ਕੁਐਸਚਨ ਪੁੱਛ ਲੈਂਦੇ ਨੇ, ਸੈਂਪਲਿੰਗ ਕੀ ਹੁੰਦਾ, ਰਿਸਰਚ ਕੀ ਹੁੰਦੀ ਹੈ। ਉਹ ਸਾਰੇ ਕੁਐਸਚਨ ਜੋ ਹੈ ਤੁਹਾਡੇ ਨੋਵਾ ਟੈਸਟ, ਟੀ ਟੈਸਟ, ਜ਼ੈਡ ਟੈਸਟ, ਠੀਕ ਹੈ, ਉਹ ਸਾਰੇ ਤੁਹਾਡੇ ਆਪਣੇ ਦੇ ਸੈਂਪਲਿੰਗ ਦੇ ਹੀ ਪਾਰਟ ਨੇ। ਵੈਸੇ ਤਾਂ ਸਿਲੇਬਸ ਦੇ ਅਕੋਰਡਿੰਗ ਇਹ ਆਲਰੇਡੀ ਨੀਚੇ ਮੈਂਸ਼ਨ ਕੀਤੇ ਹੋਏ ਨੇ ਕਿ ਟੀ ਟੈਸਟ ਕੀ ਹੁੰਦਾ, ਐਫ ਟੈਸਟ ਕੀ ਹੁੰਦਾ, ਜ਼ੈਡ ਟੈਸਟ ਕੀ ਹੁੰਦਾ, ਨੋਵਾ ਕੀ ਹੁੰਦਾ। ਇਹ ਸਾਰੀ ਚੀਜ਼ਾਂ ਤੁਹਾਡੇ ਨੀਚੇ ਟੋਟਲ ਇਹਦੇ ਵਿੱਚ ਮੈਂਸ਼ਨ ਨੇ। ਅਗਰ ਮੈਂ ਟੈਸਟ ਨਾਲ ਲੈ ਕੇ ਚੱਲਾਂ ਤੇ ਇੱਕ ਵਰਡ ਮੇਰੇ ਸਾਹਮਣੇ ਆਏਗਾ ਪ੍ਰੋਬੇਬਿਲਿਟੀ, ਠੀਕ ਹੈ। ਪ੍ਰੋਬੇਬਿਲਿਟੀ, ਇਹ ਪ੍ਰੋਬੇਬਿਲਿਟੀ ਵੀ ਦੋ ਚੀਜ਼ਾਂ ਆਪਾਂ ਮੇਨ ਕਰਨੀਆਂ ਇਹਦੇ ਵਿੱਚ। ਇਹਦੇ ਅਗਰ ਪ੍ਰੋਬੇਬਿਲਿਟੀ ਦੀ ਗੱਲ ਕਰਾਂ ਤਾਂ ਇੱਕ ਵਰਡ ਤੁਹਾਡੇ ਸਾਹਮਣੇ ਮਾਈਂਡ 'ਚ ਆਊਗਾ ਨਾਰਮਲ ਡਿਸਟ੍ਰੀਬਿਊਸ਼ਨ ਕੀ ਹੁੰਦਾ ਹੈ। ਬਹੁਤ ਇੰਪੋਰਟੈਂਟ ਹੈ ਬੇਟੇ ਉਹ ਚੀਜ਼ਾਂ ਕਰਨ ਵਾਲੀਆਂ। ਇਹ ਸਾਰੀ ਚੀਜ਼ਾਂ ਇੱਕ ਥਿਊਰੀ ਸੈਂਪਲ ਦੇ ਅਕੋਰਡਿੰਗ ਨੇ, ਧਿਆਨ ਰੱਖਿਓ, ਠੀਕ ਹੈ। ਨੈਕਸਟ ਆਫ ਫੋਰਥ ਆਂਦਾ ਆਰਗੇਨਾਈਜੇਸ਼ਨ ਡਾਟਾ। ਇਹ ਤਾਂ ਆਲਰੇਡੀ ਬਹੁਤ ਜ਼ਿਆਦਾ ਸਿੰਪਲ ਟੌਪਿਕ ਹੈ। ਜਿਓਮੈਟ੍ਰਿਕ ਫਾਰਮਸ ਕੀ ਹੁੰਦੀਆਂ ਨੇ, ਫ੍ਰੀਕੁਐਂਸੀ ਡਾਇਗਰਾਮਸ ਕੀ ਹੁੰਦੀਆਂ ਨੇ, ਅਰਥਮੈਟਿਕ ਲਾਈਨਸ ਕੀ ਹੁੰਦੀਆਂ ਨੇ। ਅਗਰ ਮੈਂ ਗੱਲ ਕਰਾਂ ਜਿਓਮੈਟ੍ਰਿਕ ਫਾਰਮਸ ਦੀ, ਬਾਰ ਗ੍ਰਾਫਸ ਕੀ ਹੁੰਦੇ ਨੇ, ਪਾਈ ਚਾਰਟਸ ਕੀ ਹੁੰਦੇ ਨੇ, ਹਿਸਟੋਗ੍ਰਾਮ ਕੀ ਹੁੰਦੇ ਨੇ, ਪੋਲੀਗਨਸ ਕੀ ਹੁੰਦੇ ਨੇ, ਇਹ ਟੌਪਿਕ ਪੁੱਛੇ ਜਾਂਦੇ ਨੇ, ਠੀਕ ਹੈ ਜੀ। ਹੁਣ ਮੈਂ ਤੁਹਾਡੇ ਨਾਲ ਉੱਪਰ ਗੱਲ ਕੀਤੀ ਸੀ ਟੂਲਸ ਦੀ। ਹੁਣ ਟੂਲਸ ਕਿਹੜੇ ਕਿਹੜੇ ਨੇ, ਕੁਐਸਚਨ 'ਚ ਆਲਰੇਡੀ ਮੈਂਸ਼ਨ ਵੀ ਕੀਤੇ ਪਏ ਨੇ, ਬਟ ਆਪਾਂ ਥੋੜਾ ਐਕਸਟਰਾ ਵੀ ਕਰਾਂਗੇ। ਕਿਹੜੇ ਟੌਪਿਕ ਪੁੱਛੇ ਗਏ ਨੇ ਸਿਲੇਬਸ ਦੇ ਅਕੋਰਡਿੰਗ। ਵੱਟ ਡੂ ਮੀਨ ਮੇਨ ਕੀ ਹੁੰਦਾ ਹੈ, ਮੀਡੀਅਨ ਕੀ ਹੁੰਦਾ ਹੈ, ਔਰ ਮੋਡ ਕੀ ਹੁੰਦਾ ਹੈ, ਠੀਕ ਹੈ। ਪਹਿਲੀ ਗੱਲ ਤਾਂ ਤਿੰਨੋਂ ਚੈਪਟਰ ਦੇ ਵਿੱਚ ਪੁੱਛ ਲਿੱਤਾ। ਮੇਨ ਦੇ ਵਿੱਚ ਸਿਰਫ ਇੱਕੋ ਚੀਜ਼ ਪੁੱਛੀ ਗਈ ਹੈ, ਸਿੰਪਲ ਕੀ ਹੁੰਦਾ ਹੈ, ਵੇਟਡ ਕੀ ਹੁੰਦਾ। ਉਹਨਾਂ ਨੇ ਕੰਬਾਈਨਡ ਦੀ ਕੀਤੇ ਗੱਲ ਨਹੀਂ ਕੀਤੀ, ਆਪਾਂ ਕਰਨਾ ਵੀ ਨਹੀਂ ਹੈਗਾ, ਠੀਕ ਹੈ। ਨੈਕਸਟ ਡਿਸਪਰਸਨ ਦੀ ਗੱਲ ਕਰੀਏ ਤਾਂ ਉਹਨਾਂ ਨੇ ਆਲਰੇਡੀ ਰੇਂਜਸ 'ਚ ਡਿਵਾਈਡ ਕੀਤਾ ਹੋਇਆ ਹੈ। ਮੋਸਟ ਪ੍ਰੋਬਬਲੀ ਜਿਹੜਾ ਕੁਐਸਚਨ ਦੇ ਵਿੱਚ ਫਾਰਮੂਲਾਸ ਪੁੱਛੇ ਜਾਂਦੇ ਨੇ, ਨੂਮੈਰੀਕਲ ਕੁਐਸਚਨ ਕਦੀ ਵੀ ਨਹੀਂ ਪੁੱਛਿਆ ਜਾਂਦਾ। ਸਟੈਂਡਰਡ ਡਿਵੀਜ਼ਨ ਮੇਨ ਹੈ, ਠੀਕ ਹੈ। ਇਸ ਵਾਰ ਜਿਹੜੇ ਕੁਐਸਚਨ ਪੁੱਛਿਆ ਗਿਆ ਸੀ ਉਹ ਡਿਸਾਈਲ ਔਰ ਪਰਸੈਂਟਾਈਲ ਦੇ ਨੂਮੈਰੀਕਲ ਕੁਐਸਚਨ ਆਏ ਸੀ ਕੈਲੀ ਮੈਥਡ ਦੇ ਅਕੋਰਡਿੰਗ। ਕਿਹੜਾ ਮੈਥਡ ਸੁਟੇਬਲ ਹੈ, ਠੀਕ ਹੈ, ਉਹ ਮੈਥਡ ਦਾ ਨਾਮ ਲਿਖਣਾ ਸੀ, ਆਈ ਮੀਨ ਟੂ ਸੇ ਫਾਰਮੂਲਾ ਲਿਖਣਾ ਸੀ, ਟਿਕ ਮਾਰ ਕਰਕੇ ਆਉਣਾ ਸੀ। ਉਹ ਕੁਐਸਚਨ ਪੁੱਛਿਆ ਗਿਆ ਸੀ, ਠੀਕ ਹੈ ਜੀ। ਨੈਕਸਟ ਸਕਿਊਨੈਸ, ਬਹੁਤ ਇੰਪੋਰਟੈਂਟ ਪੁਆਇੰਟ ਹੈ। ਸਕਿਊਨੈਸ ਪਹਿਲੀ ਗੱਲ ਤਾਂ ਅਗਰ ਗੱਲ ਕੀਤੀ ਜਾਵੇ ਕਨਫਿਊਜ਼ਨ ਨੂੰ ਦੂਰ ਕਰਨ ਵਾਸਤੇ, ਕਈ ਬੱਚੇ ਸੋਚਦੇ ਨੇ ਸਕਿਊਨੈਸ ਔਰ ਡਿਸਪਰਸਨ ਸੇਮ ਹੈ, ਲੇਕਿਨ ਅਗਰ ਸੇਮ ਹੁੰਦਾ ਤੇ ਚੈਪਟਰ ਅਲੱਗ ਨਾ ਹੁੰਦਾ। ਤੇ ਧਿਆਨ ਰੱਖਿਓ ਦੋਨਾਂ ਦੇ ਵਿੱਚ ਡਿਫਰੈਂਸ ਪਾਇਆ ਜਾਂਦਾ ਹੈ। ਸਕਿਊਨੈਸ ਦੇ ਟੋਟਲ ਸਿਰਫ 3 ਮੈਥਡ ਸੀ ਨੇ। ਕਿਹੜੇ 3 ਮੈਥਡ ਸੀ ਜਿਸ ਤੋਂ ਕੁਐਸਚਨ ਪੁੱਛਿਆ ਗਿਆ ਸੀ। ਕੈਲੀ ਮੈਥਡ 'ਚ ਇਸ ਵਾਰੀ ਕੁਐਸਚਨ ਪੁੱਛਿਆ ਗਿਆ ਸੀ 2021 ਦੇ ਪੇਪਰ ਦੇ ਵਿੱਚ। ਬੋਲੇ ਮੈਥਡ ਆ ਗਿਆ, ਔਰ ਕਾਸਪਰ ਪੀਅਰਸਨ ਕੋਫੀਸ਼ੀਐਂਟ ਆਫ ਸਕਿਊਨੈਸ ਆ ਗਿਆ। ਸਿਰਫ 3 ਮੈਥਡ ਸੀ ਇਸ ਚੀਜ਼ ਨੂੰ ਕਰਨ ਵਾਸਤੇ, ਠੀਕ ਹੈ। ਇੰਡੈਕਸ ਨੰਬਰ ਐਕਸਟਰਾ ਆਉਂਦਾ ਹੈ ਸਟੈਟਿਕਸ ਦੇ ਅਕੋਰਡਿੰਗ। ਇੰਡੈਕਸ ਨੰਬਰ ਤਾਂ ਬਹੁਤ ਜ਼ਿਆਦਾ ਇਟ ਮੀਨ ਟੂ ਕਹਿ ਸਕਦੇ ਹਾਂ ਕਿ ਇੱਕ ਤਰ੍ਹਾਂ ਦਾ ਇੱਕ ਬੱਚੇ ਦੇ ਉੱਤੇ ਵੀ ਟਿਪਸ ਤੇ ਹੋ ਜਾਂਦਾ ਹੈ, ਠੀਕ ਹੈ। ਬਟ ਧਿਆਨ ਰੱਖਿਓ ਇਸ ਚੀਜ਼ ਨੂੰ ਲੈ ਕੇ, ਇੰਡੈਕਸ ਨੰਬਰ ਨੂੰ ਲੈ ਕੇ ਦੋ ਚੀਜ਼ਾਂ ਤੁਸੀਂ ਕਰ ਲਓਗੇ, ਠੀਕ ਹੈ। ਕਿਹੜੀ ਦੋ ਚੀਜ਼ਾਂ ਹੁੰਦੀਆਂ ਨੇ ਤੁਹਾਡੀਆਂ ਆਪਣੀਆਂ। ਇੱਕ ਤਾਂ ਹੁੰਦਾ ਸਿੰਪਲ ਇੰਡੈਕਸ ਨੰਬਰ, ਇੱਕ ਤੁਹਾਡਾ ਹੁੰਦਾ ਆਪਣਾ ਵੇਟਡ ਇੰਡੈਕਸ ਨੰਬਰ। ਆਲਰੇਡੀ ਉਹ ਤੱਕ ਤੁਸੀਂ ਕਰ ਲਓਗੇ। ਬੱਚਾ ਕਨਫਿਊਜ਼ ਕਿੱਥੇ ਹੁੰਦਾ, ਇਨਫਲੇਸ਼ਨ ਇੰਡੈਕਸ ਨੰਬਰ ਉੱਤੇ ਬੱਚਾ ਕੀ ਹੁੰਦਾ, ਕਨਫਿਊਜ਼ ਹੋ ਜਾਂਦਾ ਹੈ। ਡੋਂਟ ਵਰੀ, ਬਾਲਾ ਐਜੂਕੇਸ਼ਨ ਪੁਆਇੰਟ ਬੈਠਾ ਤੁਹਾਨੂੰ ਇਸ ਚੀਜ਼ ਨੂੰ ਕਰਵਾਉਣ ਵਾਸਤੇ। ਇਨਫਲੇਸ਼ਨ ਇੰਡੈਕਸ ਨੰਬਰ, ਜਾਂ ਅਗਰ ਮੈਂ ਗੱਲ ਕਰਾਂ ਇੰਡਸਟਰੀਅਲ ਇੰਡੈਕਸ ਨੰਬਰ ਦੇ ਉੱਤੇ, ਠੀਕ ਹੈ, ਉਸ ਟੌਪਿਕ ਦੇ ਉੱਤੇ ਬੱਚਾ ਕਨਫਿਊਜ਼ ਹੁੰਦਾ ਹੈ ਕਿੱਥੇ ਸ਼ਿਫਟਿੰਗ ਹੋਣੀ ਹੈ, ਕਿੱਥੇ ਸ਼ਿਫਟਿੰਗ ਨਹੀਂ ਹੋਣੀ, ਕਿਹੜਾ ਫਾਰਮੂਲਾ ਕਿੱਥੇ ਲੱਗਦਾ, ਕਿਹੜਾ ਫਾਰਮੂਲਾ ਕਿੱਥੇ ਨਹੀਂ ਬੈਠਾ, ਉਹ ਸਭ ਦੀ ਆਪਾਂ ਗੱਲ ਕਰਾਂਗੇ। ਦੂਸਰੀ ਗੱਲ, ਅਗਰ ਮੈਂ ਇਸ ਇਨਫਲੇਸ਼ਨ ਦੀ ਗੱਲ ਕਰਾਂ ਤਾਂ ਇੱਥੇ ਮੈਂ ਗੱਲ ਕਰੂੰਗਾ ਇਹਦੀ ਸਲੋਪ ਦੀ ਗੱਲ ਵੀ ਕੀਤੀ ਜਾਊਗੀ, ਠੀਕ ਹੈ। ਜਿਹੜਾ ਸਲੋਪ ਆਫ ਲਾਈਨ ਹੈ ਕਿੱਥੇ ਬਣੇਗਾ, ਇਕੁਏਸ਼ਨ ਕਿੱਥੇ ਬਣੇਗੀ, ਉਹ ਤੁਹਾਡੇ ਆਪਣੇ ਮੈਥਮੈਟੀਕਲ ਫਾਰਮੂਲਾਸ ਨੇ, ਉਹਦੇ ਨਾਲ ਤੁਹਾਡੇ ਨਾਲ ਮੈਂ ਨੀਚੇ ਗੱਲ ਕਰੂੰਗਾ, ਠੀਕ ਹੈ ਬੇਟੇ। ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੈ ਕਿ ਟੌਪਿਕ ਇਹਦਾ ਹੀ ਬਹੁਤ ਬੜਾ ਇਕਨੋਮਿਕਸ ਦਾ। ਨੈਕਸਟ ਆਓ ਕੋਰੀਲੇਸ਼ਨ ਐਂਡ ਰਿਗਰੈਸ਼ਨ ਦੇ ਵਿੱਚ। ਵੈਸੇ ਆਲਰੇਡੀ ਮੈਂ ਤੁਹਾਨੂੰ ਸਭ ਕੁਝ ਦੱਸ ਚੁੱਕਿਆ ਸੀਗਾ ਕਿ ਉੱਪਰ ਜਿਹੜਾ ਟੌਪਿਕ ਆਇਆ ਸੀ ਸੈਂਪਲਿੰਗ ਦਾ ਟੌਪਿਕ ਆਇਆ ਸੀ। ਸੈਂਪਲਿੰਗ ਦੇ ਵਿੱਚ ਤੁਹਾਨੂੰ ਦੱਸਿਆ ਸੀ ਰਿਸਰਚ ਬਾਰੇ ਗੱਲ ਕੀਤੀ ਜਾਊਗੀ। ਤਾਂ ਅਗਰ ਰਿਸਰਚ ਕਰਨੀ ਹੈ ਤਾਂ ਰਿਸਰਚ ਵਾਸਤੇ 3 ਟੈਸਟ ਬਹੁਤ ਇੰਪੋਰਟੈਂਟ ਨੇ, ਕਾਈ-ਸਕੁਏਅਰ ਟੈਸਟ, ਐਫ ਟੈਸਟ ਔਰ ਟੀ ਟੈਸਟ। ਇਹਦੇ ਨਾਲ ਮਿਲਦਾ ਜੁਲਦਾ ਐਨੋਵਾ ਵੀ ਕਰਾਂਗੇ, ਠੀਕ ਹੈ, ਧਿਆਨ ਰੱਖਿਓ ਪੁੱਛ ਲੈਂਦੇ ਨੇ। ਜ਼ੈਡ ਟੈਸਟ ਵੀ ਕਰਾਂਗੇ। ਐਕਸਟਰਾ ਮਟੀਰੀਅਲ ਤਾਂ ਇਕੱਠਾ ਕੀਤਾ ਹੈ ਤਾਂ ਤੁਹਾਨੂੰ ਦੱਸੂਗਾ ਕਾਰਨ ਕੀ ਹੈ, ਕਿਉਂਕਿ ਬੱਚੇ ਦੇ ਵਿੱਚ ਕਈ ਵਾਰ ਬੇਸਿਕਸ ਨਹੀਂ ਬਣ ਪੈਂਦਾ। ਵੈਸੇ ਜੋ ਤੁਹਾਡਾ ਆਪਣਾ ਟੀ ਟੈਸਟ, ਐਫ ਟੈਸਟ, ਕਾਈ-ਸਕੁਏਅਰ ਟੈਸਟ ਹੈ, ਇਹ ਤੁਹਾਡੇ ਬੀਕਾਮ ਲੈਵਲ ਦਾ, ਲੇਕਿਨ ਜੋ ਵੈਕੈਂਸੀ ਘੱਟ ਹੋਈ ਹੈ ਸਕੂਲ ਲੈਵਲ ਤੇ ਹੋਈ ਹੈ। ਤੇ ਧਿਆਨ ਰੱਖਿਓ ਪੇਪਰ ਇੰਨਾ ਡੀਪਲੀ ਨਹੀਂ ਆਏਗਾ, ਪਰ ਆਪਾਂ ਫਿਰ ਵੀ ਡੀਪਲੀ ਕਰਨ ਦੀ ਕੋਸ਼ਿਸ਼ ਕਰਾਂਗੇ, ਉਹ ਕਰਵਾਇਆ ਵੀ ਜਾਊਗਾ ਤੁਹਾਨੂੰ, ਠੀਕ ਹੈ। ਟੈਸਟ ਸੀਰੀਜ਼ ਰੱਖੀ ਇਸ ਵਾਸਤੇ ਗਈਆਂ ਤਾਂ ਕਿ ਬੱਚੇ ਦਾ ਈਚ ਐਂਡ ਐਵਰੀ ਸਿੰਗਲ ਪੁਆਇੰਟ ਕੀ ਕਰ ਦਿੱਤਾ ਜਾਵੇ, ਕਲੀਅਰ ਆਊਟ ਕਰ ਦਿੱਤਾ ਜਾਵੇ। ਹੁਣ ਤੁਹਾਡੇ ਸਾਹਮਣੇ ਮੈਂ ਗੱਲ ਕੀਤੀ ਸੀ, ਉਹ ਤਾਂ ਗੱਲ ਕੀਤੀ ਤੁਹਾਡੇ ਆਪਣੇ ਬਿਜ਼ਨਸ ਸਟੈਟਿਕਸ ਦੇ ਬਾਰੇ। ਹੁਣ ਗੱਲ ਕਰਨ ਚਾਹੂੰਗਾ ਮੈਂ ਤੁਹਾਡੇ ਨਾਲ ਬਿਜ਼ਨਸ ਇਕਨੋਮਿਕਸ ਦੇ ਬਾਰੇ। ਜਿਵੇਂ ਤੁਹਾਡੇ ਨਾਲ ਮੈਂ ਗੱਲ ਕੀਤੀ ਸੀ, ਜਿਹੜੀ ਤੁਹਾਡੀ ਬਿਜ਼ਨਸ ਇਕਨੋਮਿਕਸ ਹੈ ਉਹ ਆਪਾਂ 2 'ਚ ਡਿਵਾਈਡ ਕਰਾਂਗੇ। ਇੱਕ ਤੁਹਾਡੀ ਆਉਂਦੀ ਹੈ ਮਾਈਕਰੋ ਇਕਨੋਮਿਕ, ਦੂਸਰੀ ਜਿਹੜੀ ਆਉਂਦੀ ਤੁਹਾਡੀ ਆਪਣੀ ਮੈਕਰੋ ਇਕਨੋਮਿਕ। ਬੱਚੇ ਇੱਕ ਗੱਲ ਧਿਆਨ ਰੱਖਣਾ,
जो तुहाडा अपना स्कूल का लेवल है वो बहुत ज़्यादा छोटा लेवल हुंदा है। यूजीसी नेट पेपर जो इंडिया बेस्ड पेपर लिते हुंदे लैक्चरर दे वास्ते, ठीक है, जितों अगे बच्चे अगे अपनी पीएचडी स्टार्ट करते हैं, तो उस बेस की मैं गल कर रहा। माइक्रो इकनॉमी का पार्ट थोड़े वास्ते बहुत ज़्यादा बड़ा पार्ट है ये, जो एक तरह चैप्टर की करनी तो ही है, ठीक है, चैप्टर वाइज ही है। ला ऑफ डिमांड की होंगे, दैन उस तो डिमांड की गल करेंगे तो सप्लाई आएगी, सप्लाई की गल करेंगे तो रेवन्यू आएगी, रेवन्यू तो मनूगा एक वर्ड फॉर्म ऑफ मार्केट की होंगे, मार्केट की कितनी एलिजिबिलिटीज ने, कितने टाइप्स ने, ਉਹਦੀ ਗੱਲ ਕੀਤੀ ਜਾਊਗੀ। ਇੱਕ ਵਰਡ ਆਉਂਦਾ ਪੀਪੀਸੀ, ਠੀਕ ਹੈ, ਜਿਹਨੂੰ ਕਈ ਬੱਚੇ ਪਜ਼ਲ ਵੀ ਹੋ ਜਾਂਦੇ ਨੇ ਵੀ ਇਸ 'ਚ ਕਰਨਾ ਕੀ ਨਹੀਂ ਕਰਨਾ। ਮਲਟੀਪਲ ਆਸਕਿੰਗ ਕੁਐਸਚਨ ਉਹਦੇ ਵਿੱਚ ਪੁੱਛੇ ਜਾਂਦੇ ਨੇ। ਪ੍ਰੋਡਕਸ਼ਨ ਪੋਸੀਬਿਲਿਟੀ ਫਰੰਟੀਅਰ ਕੀ ਹੁੰਦਾ ਹੈ, ਠੀਕ ਹੈ, ਓਪਰਚੁਨਿਟੀ ਜਿਹਨੂੰ ਅਸੀਂ ਡੈਫੀਨੇਸ਼ਨ ਦੇ ਵਿੱਚ ਬੋਲਦੇ ਆ, ਬੈਸਟ ਅਲਟਰਨੇਟ ਯੂਜ਼ ਕੀ ਹੁੰਦਾ ਉਸ ਚੀਜ਼ ਦਾ, ਠੀਕ ਹੈ। ਇਹ ਕੁਐਸਚਨ ਤੁਹਾਡਾ ਆਪਣੇ ਮਾਈਕਰੋ ਇਕਨੋਮੀ ਦਾ ਪਾਰਟ ਹੈ। ਜਿਵੇਂ ਕਿ ਤੁਹਾਨੂੰ ਮੈਂ ਦੱਸਦਾ ਕਿ ਜਿਹੜੀ ਮਾਈਕਰੋ ਇਕਨੋਮੀ ਹੈ ਉਹ ਵੀ ਪਾਰਟਸ 'ਚ ਡਿਵਾਈਡ ਕੀਤੀ ਹੋਈ ਹੈ। ਫਸਟ ਆਉਂਦੇ ਤੁਹਾਡੀ ਆਪਣੀ ਕੰਜ਼ਿਊਮਰ ਇਕੁਇਲਿਬਰੀਅਮ, ਤੇ ਉਸ ਤੋਂ ਬਾਅਦ ਇਹਨਾਂ ਦੀ ਯੂਟਿਲਿਟੀ ਦਾ ਟੌਪਿਕ ਲਿੱਤਾ ਹੋਇਆ। ਇਹ ਸਾਰਾ ਟੌਪਿਕ ਜਿਹੜਾ ਹੈਗਾ ਇਸ ਦੋ ਚੀਜ਼ਾਂ ਦੀ ਗੱਲ ਕਰਾਂਗੇ। ਯੂਟਿਲਿਟੀ ਕੀ ਹੁੰਦੀ ਹੈ, ਠੀਕ ਹੈ, ਪਲੱਸ ਯੂਟਿਲਿਟੀ ਦੇ ਨਾਲ ਮਿਲਦਾ ਹੋਇਆ ਇੱਕ ਚੀਜ਼ ਆਊਗੀ ਇਨਡਿਫਰੈਂਸ ਕਰਵ, ਠੀਕ ਹੈ, ਇਹਨਾਂ ਦੀ ਡਿਗਰੀਜ਼। ਉਸ ਤੋਂ ਬਾਅਦ ਇਹਦੇ ਵਿੱਚ ਬੇਸਲਾਈਨ ਕੀ ਹੁੰਦੀ ਹੈ, ਉਸ ਤੋਂ ਬਾਅਦ ਇਹਦੇ ਵਿੱਚ ਸ਼ਿਫਟਿੰਗ ਦੀ ਮੂਵਮੈਂਟ ਕਿਸ ਤਰ੍ਹਾਂ ਦੀ ਹੋਏਗੀ। ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਕਰਾਂਗੇ ਯੂਟਿਲਿਟੀ ਦੇ ਵਿੱਚ ਇਕੁਈਮਾਰੀ ਯੂਟਿਲਿਟੀ ਕੀ ਹੁੰਦੀ ਹੈ, ਠੀਕ ਹੈ, ਡਿਮਿਨਿਸ਼ਿੰਗ ਮਾਰੀ ਯੂਟਿਲਿਟੀ ਕੀ ਹੁੰਦੀ ਹੈ। ਉਹ ਸਾਰੀ ਚੀਜ਼ਾਂ ਦੀ ਮੈਂ ਤੁਹਾਡੇ ਨਾਲ ਗੱਲ ਕਰੂੰਗਾ। ਜਿਵੇਂ ਕੋਈ ਮੈਂਸ਼ਨ ਵੀ ਕੀਤਾ ਹੋਇਆ ਡਿਮਿਨਿਸ਼ਿੰਗ ਮਾਰੀ ਯੂਟਿਲਿਟੀ ਕੀ ਹੁੰਦੀ ਹੈ ਔਰ ਇਕੁਈਮਾਰੀ ਯੂਟਿਲਿਟੀ ਕੀ ਹੁੰਦੀ ਹੈ। ਇੰਡੀਫਰੈਂਸ ਕਰਵ ਦੇ ਵਿੱਚ ਜਿਹੜੀ ਆਪਾਂ ਗੱਲ ਕਰਾਂਗੇ ਉਹ ਸਿਰਫ ਆਪਾਂ ਇੱਕ ਚੀਜ਼ ਦੀ ਗੱਲ ਕਰਾਂਗੇ, ਜਿਵੇਂ ਸਿਲੇਬਸ 'ਚ ਮੈਂਸ਼ਨ ਵੀ ਹੈ। 1 ਕੋਮੋਡਿਟੀ ਕੇਸ ਕਿਹੜਾ ਹੋਏਗਾ, 2 ਕੋਮੋਡਿਟੀ ਕੇਸ ਕਿਹੜਾ ਹੋਏਗਾ, ਮਤਲਬ ਕਿ ਬਜਟ ਸੈੱਟ ਕਿਸ ਤਰ੍ਹਾਂ ਕੀਤਾ ਜਾਂਦਾ ਹੈ, ਬਜਟ ਐਂਡ ਕੀ ਹੁੰਦੀ ਹੈ, ਉਹ ਸਾਰੀ ਚੀਜ਼ਾਂ ਦੇ ਵਿੱਚ ਕਰਾਂਗੇ। ਕਲੀਅਰ ਹੈ ਜੀ, ਕਲੀਅਰ ਹੈ। ਇਹ ਜਾ ਕੇ ਤੁਹਾਡਾ ਆਪਣਾ ਫਸਟ ਪੁਆਇੰਟ। ਸੈਕਿੰਡ ਪੁਆਇੰਟ ਆਉਂਦਾ ਤੁਹਾਡਾ ਆਪਣਾ ਪ੍ਰੋਡਿਊਸਰ ਬਿਹੇਵੀਅਰ। ਪਹਿਲਾਂ ਗੱਲ ਕੀਤੀ ਸੀ ਆਪਾਂ ਨੇ ਕੰਜ਼ਿਊਮਰ ਦੇ ਕਰਨੀ ਤੋਂ, ਹੁਣ ਗੱਲ ਕਰਾਂਗੇ ਆਪਾਂ ਆਪਣੇ ਪ੍ਰੋਡਿਊਸਰਸ ਦੇ ਕਰਨੀ ਤੋਂ। ਪ੍ਰੋਡਿਊਸਰਸ ਦੇ ਕਰਨੀ ਤੋਂ ਅਗਰ ਮੈਂ ਗੱਲ ਕਰਾਂ ਤਾਂ ਜਿਹੜਾ ਤੁਹਾਡਾ ਆਪਾਂ ਇੱਕ ਮੈਨੂਫੈਕਚਰਰ ਹੁੰਦਾ ਹੈ ਉਹ ਹਮੇਸ਼ਾ ਕੀ ਦੇਖਦਾ ਹੈ ਕਿ ਇੱਕ ਪ੍ਰੋਡਕਟ ਦੀ ਰੇਂਜ ਕਿਸ ਤਰ੍ਹਾਂ ਦੀ ਰੱਖੀ ਜਾਏਗੀ। ਹੁਣ ਅਗਰ ਮੈਂ ਗੱਲ ਕਰਾਂ ਪ੍ਰੋਡਕਟ ਦੇ ਕਰਨੀ ਤੋਂ, ਤਾਂ ਜਿਹੜਾ ਪ੍ਰੋਡਕਟ ਹੈ ਉਹਦੇ ਵਿੱਚ ਜਿਹੜਾ ਇੱਕ ਮੈਨੂਫੈਕਚਰਰ ਹੁੰਦਾ ਹੈ ਦੋ ਬੇਸ 'ਤੇ ਚੱਲਦਾ ਹੈ, ਇੱਕ ਲੌਂਗ ਰਨ ਦੇ ਵਿੱਚ, ਇੱਕ ਸ਼ਾਰਟ ਰਨ ਦੇ ਵਿੱਚ। ਲੌਂਗ ਰਨ ਔਰ ਸ਼ਾਰਟ ਰਨ ਦੇ ਵਿੱਚ ਦੋ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਸਾਡੇ ਵਾਸਤੇ, ਜਿਵੇਂ ਕਿ ਤੁਹਾਡੇ ਸਾਹਮਣੇ ਬੁੱਕ 'ਚ ਮੈਂਸ਼ਨ ਵੀ, ਸਿਲੇਬਸ 'ਚ ਮੈਂਸ਼ਨ ਵੀ ਕੀਤਾ ਹੋਇਆ ਹੈ ਕਿ ਦੋ ਫੈਕਟਰ ਦੀ ਗੱਲ ਕਰਾਂਗੇ। ਇੱਕ ਹੁੰਦਾ ਤੁਹਾਡਾ ਰਿਟਰਨ ਟੂ ਫੈਕਟਰ, ਠੀਕ ਹੈ, ਜਿਹਦੇ ਵਿੱਚ ਅਸੀਂ 2 ਰਨ ਪੜ੍ਹਨੇ, ਸ਼ਾਰਟ ਰਨ ਕੀ ਹੁੰਦਾ, ਲੌਂਗ ਰਨ ਕੀ ਹੁੰਦਾ, ਠੀਕ ਹੈ। ਪੇਪਰ 'ਚ ਇਹ ਵੀ ਕੁਐਸਚਨ ਪੁੱਛ ਲੈਂਦੇ ਨੇ। ਅਗਰ ਆਪਾਂ ਪ੍ਰੋਡਕਟ ਦੀ ਰੇਂਜ ਦੇਖਾਂ ਤਾਂ 3 ਹੁੰਦੀ ਹੈ, ਟੋਟਲ ਪ੍ਰੋਡਕਟ ਕੀ ਹੁੰਦਾ, ਐਵਰੇਜ ਪ੍ਰੋਡਕਟ ਕੀ ਹੁੰਦਾ, ਇੱਕ ਮਾਰਜਨ ਪ੍ਰੋਡਕਟ ਕੀ ਹੁੰਦਾ, ਠੀਕ ਹੈ। ਇਹਦੇ ਨਾਲ ਵੈਸੇ ਮੈਂ ਸਿਲੇਬਸ 'ਚ ਨਾ ਇੱਕੋ ਹੀ ਗੱਲ ਕੀਤੀ ਹੋਈ ਹੈ, ਰਿਟਰਨ ਟੂ ਫੈਕਟਰ, ਲੇਕਿਨ ਧਿਆਨ ਰੱਖਿਓ ਇੱਕ ਰਿਟਰਨ ਟੂ ਸਕੇਲ ਵੀ ਹੁੰਦਾ, ਠੀਕ ਹੈ। ਉਸ ਚੀਜ਼ ਦੀ ਇਹਨਾਂ ਨੇ ਗੱਲ ਨਹੀਂ ਕੀਤੀ ਹੋਈ, ਬਟ ਆਪਾਂ ਕਰਾਂਗੇ ਜ਼ਰੂਰ ਉਸ ਚੀਜ਼ ਦੇ ਵਿੱਚ। ਐਕਸਟਰਾ ਟੌਪਿਕ ਨਹੀਂ ਹੈ, ਇਟਸ ਅ ਪਾਰਟ ਆਫ ਯੂਰ ਇਕਨੋਮਿਕਸ। ਇਹ ਧਿਆਨ ਰੱਖਣਾ, ਇਹਦੇ ਵਿੱਚ ਕਰਾਂਗੇ ਗੱਲ ਉਹਦੀ ਆਪਾਂ। ਵੈਸੇ ਉਹਨੇ ਹਲਕਾ ਜਿਹਾ ਮੈਂਸ਼ਨ ਕੀਤਾ ਹੋਇਆ ਕਿ ਪ੍ਰੋਡਕਸ਼ਨ ਫੰਕਸ਼ਨ ਦੇ ਵਿੱਚ ਦੋ ਚੀਜ਼ਾਂ, ਰਿਟਰਨ ਟੂ ਫੈਕਟਰ, ਰਿਟਰਨ ਟੂ ਸਕੇਲ। ਲੇਕਿਨ ਅਗਰ ਮੈਂ ਗੱਲ ਕਰਾਂ ਸਿਲੇਬਸ ਅਕੋਰਡਿੰਗ ਰਿਟਰਨ ਟੂ ਫੈਕਟਰ ਹੀ ਦਿੱਤਾ ਹੋਇਆ, ਰਿਟਰਨ ਟੂ ਸਕੇਲ ਨਹੀਂ ਹੈ। ਆਪਾਂ ਇਸ ਚੀਜ਼ ਦੀ ਵੀ ਗੱਲ ਕਰਾਂਗੇ, ਠੀਕ ਹੈ। ਹੁਣ ਦੂਸਰੀ ਗੱਲ, ਪੇਪਰ ਦੇ ਅਕੋਰਡਿੰਗ ਤੁਹਾਨੂੰ ਯਾਦ ਆਉਂਦਾ ਹੋਏਗਾ ਕਿ ਉਹ ਵੀ ਚੀਜ਼ਾਂ ਆਉਣਗੀਆਂ, ਫਾਰਮ ਆਫ ਮਾਰਕੀਟਸ, ਪਰਫੈਕਟ ਕੰਪੀਟੀਸ਼ਨਸ ਕੀ ਹੁੰਦੇ ਨੇ, ਠੀਕ ਹੈ। ਉਸ ਤੋਂ ਬਾਅਦ ਤੁਹਾਡਾ ਆਪਣਾ ਮੋਨੋਪੋਲਿਸਟਿਕ ਕੰਪੀਟੀਸ਼ਨ ਕੀ ਹੁੰਦਾ ਹੈ, ਮੋਨੋਪੋਲੀ ਕੀ ਹੁੰਦਾ ਹੈ, ਐਲੀਗੋਪੋਲੀ ਕੀ ਹੁੰਦਾ ਹੈ, ਡਿਓਪੋਲੀ ਕੀ ਹੁੰਦਾ ਹੈ, ਉਹ ਚੀਜ਼ਾਂ ਵੀ ਆਉਣਗੀਆਂ, ਹਾਂਜੀ ਆਉਣਗੀਆਂ। ਪਰ ਇੱਕ ਚੀਜ਼ ਦਿਮਾਗ 'ਚ ਵੀ ਧਿਆਨ ਰੱਖਿਓ, ਦਿਮਾਗ 'ਚ ਇਹ ਚੀਜ਼ ਵੀ ਆਊਗੀ ਪ੍ਰਾਈਸ ਡਿਸਕ੍ਰਿਮੀਨੇਸ਼ਨ ਕੀ ਹੁੰਦਾ ਹੈ, ਠੀਕ ਹੈ, ਕਿਹੜੀ ਮਾਰਕੀਟ 'ਚ ਮੇਨ ਪਾਇਆ ਜਾਂਦਾ ਹੈ, ਅੱਜ ਕੱਲ੍ਹ ਕਿਹੜੀ ਮਾਰਕੀਟ ਪਾਈ ਜਾ ਰਹੀ ਹੈ। ਤਾਂ ਧਿਆਨ ਰੱਖਿਓ, ਤੁਹਾਡੇ ਸਾਹਮਣੇ ਨੀਚੇ ਮੈਂਸ਼ਨ ਕੀਤਾ ਹੋਇਆ ਹੈ। ਜਿਹੜਾ ਟੌਪਿਕ ਦਾ ਨਾਮ ਹੈ ਫਾਰਮ ਆਫ ਮਾਰਕੀਟ, ਫਾਰਮ ਆਫ ਮਾਰਕੀਟ ਐਂਡ ਪ੍ਰਾਈਸ ਡਿਟਰਮੀਨੇਸ਼ਨ। 3 ਮਾਰਕੀਟ ਦੀ ਗੱਲਾਂ ਕਰਾਂਗੇ ਇਹਦੇ ਵਿੱਚ। ਪਹਿਲੀ ਮਾਰਕੀਟ ਆਉਂਦੀ ਹੈ ਪਰਫੈਕਟ ਕੰਪੀਟੀਸ਼ਨ, ਦੂਜੀ ਆਉਂਦੀ ਤੁਹਾਡੀ ਆਪਣੀ ਮੋਨੋਪੋਲੀ, ਐਂਡ ਥਰਡ ਵਨ ਆਉਂਦੀ ਹੈ ਤੁਹਾਡੀ ਆਪਣੀ ਮੋਨੋਪੋਲਿਸਟਿਕ ਕੰਪੀਟੀਸ਼ਨ। ਇਹਦੇ ਵਿੱਚ ਅੱਗੇ ਮਾਰਕੀਟਾਂ ਨਿਕਲਣਗੀਆਂ ਤੁਹਾਡੀਆਂ ਆਪਣੀਆਂ। ਉਸ ਤੋਂ ਬਾਅਦ ਨੈਕਸਟ ਆਓ, ਇਹ ਵਾਲਾ ਜਿਹੜਾ ਪੁਆਇੰਟ ਹੈ, ਇਹ ਵਾਲਾ ਪੁਆਇੰਟ ਪ੍ਰਾਈਸਿੰਗ ਸਟ੍ਰੈਟੇਜੀਜ਼ 3 ਤਰ੍ਹਾਂ ਦੀ ਹੁੰਦੀ ਹੈ। ਪੈਨੀਟ੍ਰੇਟਿੰਗ ਹੋ ਗਿਆ, ਸਕੀਮਿੰਗ ਹੋ ਗਿਆ। ਵੈਸੇ ਮਾਰਕੀਟਿੰਗ ਵਰਡ ਦੇ ਵਿੱਚ ਲਿੱਤੀ ਗਈਆਂ ਨੇ ਚੀਜ਼ਾਂ, ਪਰ ਆਪਾਂ ਪੁਆਇੰਟ ਪੜ੍ਹਨ ਵਾਲਾ ਪੁਆਇੰਟ ਹੈ। ਇਹਦੇ ਉੱਤੇ ਤੁਹਾਡੀ ਜੋ ਟੈਸਟ ਬਣਾਈ ਗਈ ਹੈ ਉਹ ਬਹੁਤ ਇੰਪੋਰਟੈਂਟ ਹੈ, ਠੀਕ ਹੈ। ਇਹਦੇ ਗੱਲ ਕੀਤੀ ਮੈਂ ਤੁਹਾਡੇ ਨਾਲ ਆਪਣੇ ਮਾਈਕਰੋ ਇਕਨੋਮਿਕ ਦੀ। ਹੁਣ ਮੈਂ ਗੱਲ ਕਰਨ ਜਾ ਰਿਹਾ ਤੇ ਇਕਨੋਮਿਕਸ ਦਾ ਜੋ ਬੇਸਿਕ ਪੁਆਇੰਟ ਹੈ ਤੁਹਾਡੇ ਵਾਸਤੇ ਮੈਕਰੋ ਇਕਨੋਮੀ, ਜਿਹਦੇ ਵਿੱਚ ਇੱਕ ਕਨਸੈਪਟ ਤੁਹਾਡੇ ਸਾਹਮਣੇ ਲਿਖਿਆ ਵੀ ਨੈਸ਼ਨਲ ਇਨਕਮ, GDP ਕੀ ਹੁੰਦੀ ਹੈ, NDP ਕੀ ਹੁੰਦੀ ਹੈ। ਬੱਚੇ ਕਈ ਜਾਣੇ ਨੇ ਇਹਦੇ ਫਾਰਮੂਲਾਸ ਵਿੱਚ ਪਜ਼ਲ ਹੋ ਜਾਂਦੇ, ਜਿਵੇਂ ਕਿ ਤੁਹਾਡੇ ਸਾਹਮਣੇ ਸਕਰੀਨ ਤੇ ਵਿਜ਼ੀਬਲ ਵੀ ਹੈ ਕਿ ਮਾਈਕਰੋ ਇਕਨੋਮੀ 'ਚ ਡੀਲਿੰਗ ਕੀਤੀ ਜਾਊਗੀ, ਉਹ ਕਿਵੇਂ ਕੀਤੀ ਜਾਊਗੀ। ਇਹਦੇ ਨੇ ਮੈਂਸ਼ਨ ਸਿਰਫ ਇੰਨਾ ਕੁ ਕਰਤਾ
ਗਰੋਥ ਐਂਡ ਨੈਟ ਬੇਸ ਤੇ ਕੁਐਸਚਨ ਕੱਢ ਕੇ ਦਿਖਾਣੇ ਨੇ। ਪਹਿਲੀ ਗੱਲ ਤਾਂ ਜੀਡੀਪੀ ਕੀ ਹੁੰਦੀ ਹੈ, ਐਨਡੀਪੀ ਕੀ ਹੁੰਦੀ ਹੈ, ਐਨਜੀਐਨਪੀ ਕੀ ਹੁੰਦੀ ਹੈ, ਐਨਐਨਪੀ ਕੀ ਹੁੰਦੀ ਹੈ, ਮੈਕਟਰ ਪ੍ਰਾਈਸ ਮਾਰਕੀਟ ਪ੍ਰਾਈਸ ਕੀ ਹੁੰਦਾ ਹੈ, ਫੈਕਟਰ ਪ੍ਰਾਈਸ ਕੀ ਹੁੰਦਾ ਹੈ, ਇਹ ਸਭ ਚੀਜ਼ ਦੀ ਗੱਲ ਕੀਤੀ ਇਹਨਾਂ ਨੇ। ਹੁਣ ਕਈ ਵਾਰ ਕੁਐਸਚਨ ਦੇ ਵਿੱਚ ਮੈਰੀਕਲ ਕੁਐਸਚਨ ਆ ਜਾਂਦਾ ਹੈ, ਫਿਰ ਬੱਚੇ ਉਹਦੇ ਫਾਰਮੂਲਾ 'ਚ ਕਨਫਿਊਜ਼ ਹੁੰਦੇ ਨੇ, ਨਫੀਆ ਕਿੱਥੇ ਲੱਗੇਗਾ। ਉਸ ਤੋਂ ਬਾਅਦ ਨੈਟ ਡੋਮੈਸਟਿਕ ਪ੍ਰੋਡਕਟ ਅਗਰ ਕਰਨਾ ਹੈ ਤਾਂ ਡੈਪਰੀਸੀਏਸ਼ਨ ਕਿੱਥੇ ਪਲੱਸ ਹੋਣੀ ਹੈ, ਕਿੱਥੇ ਮਾਈਨਸ ਹੋਣੀ ਹੈ, ਠੀਕ ਹੈ। ਨਫੀਏ ਤੋਂ ਬਾਅਦ ਇੱਕ ਆਉਂਦੀ ਹੈ ਤੁਹਾਡੀ ਆਪਣੀ ਨੀਟ, ਜਿਹਨੂੰ ਤੁਸੀਂ ਬੋਲਦੇ ਨੈਟ ਇੰਟਰੈਕਟ ਟੈਕਸ। ਉਹਦਾ ਫਾਰਮੂਲਾ ਕੀ ਹੋਏਗਾ, ਇੰਟਰੈਕਟ ਟੈਕਸ ਮਾਈਨਸ ਸੇਵਿੰਗਸ ਹੁੰਦਾ ਹੈ ਜਾਂ ਫਿਰ ਸਬਸਿਡੀ ਹੁੰਦੀ ਹੈ, ਕੀ ਹੁੰਦੀ ਹੈ ਉਹ ਚੀਜ਼ਾਂ ਨੂੰ ਬੋਲਦੇ ਆ, ਠੀਕ ਹੈ। ਉਹ ਫਾਰਮੂਲੇ ਜਿਹੜੇ ਤੁਹਾਨੂੰ ਸ਼ਾਰਟਕਟਸ ਕਰਵਾਉਂਗਾ ਸਿਰਫ ਟੈਸਟ ਸੀਰੀਜ਼ ਦੇ ਅਕੋਰਡਿੰਗ ਹੀ ਕਰਵਾਉਂਗਾ, ਠੀਕ ਹੈ। ਉਹ ਫਾਰਮੂਲੇ ਮੇਨ ਨੇ, ਠੀਕ ਹੈ, ਧਿਆਨ ਰੱਖਣਾ। ਆਲਰੇਡੀ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਇਹਦੇ ਨੀਚੇ ਇੱਕ ਲਿੰਕ ਮਿਲੇਗਾ WhatsApp ਦਾ, ਸਾਡਾ ਬਾਲਾਜੀ ਐਜੂਕੇਸ਼ਨ ਪੁਆਇੰਟ ਦਾ ਆਲਰੇਡੀ ਕਮਰਸ ਦਾ ਬੈਚ ਜੋ ਹੈ ਉਹ ਰੈਡੀ ਹੋ ਚੁੱਕਿਆ ਹੈ, ਬੱਚੇ ਐਡ ਹੋ ਚੁੱਕੇ ਹੈ। ਅਗਰ ਫਿਰ ਵੀ ਅਗਰ ਕਿਸੇ ਕੋਈ ਬੱਚਾ ਐਲੀਜੀਬਲ ਹੈਗਾ ਕਿਸੇ ਚੀਜ਼ ਨੂੰ, ਐਲੀਜੀਬਲ ਇਟ ਮੀਨ ਟੂ ਐਮਕॉम ਵੀ ਹੈਗੀ ਹੈ ਪਲੱਸ ਬੀਐਡ ਵੀ ਹੈਗੀ ਹੈ, ਤਾਂ ਉਹ ਆਪਣੇ WhatsApp ਗਰੁੱਪ ਦੇ ਵਿੱਚ ਐਡ ਹੋ ਸਕਦਾ ਹੈ। ਇਹਦੇ ਨੀਚੇ ਤੁਹਾਨੂੰ ਇੱਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਟੈਲੀਗ੍ਰਾਮ ਦਾ ਗਰੁੱਪ ਮਿਲ ਜਾਏਗਾ, ਇੱਕ WhatsApp ਦਾ ਪਰਸਨਲੀ ਸਿਰਫ ਕਮਰਸ ਬੈਚ ਦਾ ਉਹ ਗਰੁੱਪ ਮਿਲ ਜਾਏਗਾ। ਜੋ ਕੋਈ ਬੱਚਾ ਇੰਟਰਸਟਿਡ ਹੈਗਾ ਤਾਂ ਉਹਦੇ ਵਿੱਚ ਆਪਣੀ ਡਿਸਕ੍ਰਿਪਸ਼ਨ ਬਾਕਸ ਜਾ ਕੇ ਉਸ ਲਿੰਕ ਨੂੰ ਐਡ ਕਰ ਸਕਦਾ ਆਪਣੇ WhatsApp ਗਰੁੱਪ ਦੇ ਅਕੋਰਡਿੰਗ, ਠੀਕ ਹੈ। ਨੈਕਸਟ ਉਹਦੇ ਨਾਲ ਗੱਲ ਕਰਨ ਜਾ ਰਿਹਾ ਮੈਂ ਤੁਹਾਡੇ ਨਾਲ, ਦੂਸਰਾ ਪੁਆਇੰਟ ਹੈ ਮਨੀ ਐਂਡ ਬੈਂਕਿੰਗ। ਦੋਨਾਂ ਦੇ ਸਿਰਫ ਇੱਕੋ ਹੀ ਵਰਡ ਮੇਨ ਨੇ, ਫੰਕਸ਼ਨ। ਮੈਂ ਉਸ ਤੋਂ ਬਾਅਦ ਕੋਈ ਗੱਲ ਨਹੀਂ ਕਰੂੰਗਾ। ਮਨੀ ਦਾ ਫੰਕਸ਼ਨ ਸਭ ਤੋਂ ਪਹਿਲਾਂ ਬਾਰਟਰ ਸਿਸਟਮ ਆਇਆ, ਉਹਦੇ ਕਿਹੜੇ ਡਰੋਬੈਕ ਸੀਗੇ। ਦੈਨ ਉਸ ਤੋਂ ਮਨੀ ਦੀ ਜੋ M1 ਹੈ, M2 ਹੈ, M3, M4 ਹੈ, ਉਹ ਚੀਜ਼ਾਂ ਕੀ ਹੁੰਦੀਆਂ ਨੇ ਮਨੀ ਦੀ ਤਨਕਨੀ ਤੋਂ, ਉਹ ਬਹੁਤ ਇੰਪੋਰਟੈਂਟ ਨੇ, ਪੇਪਰ 'ਚ ਪੁੱਛਦੇ ਨੇ, ਉਹ ਕੁਐਸਚਨ ਕਰਕੇ ਜਾਣੇ ਨੇ। ਨੈਕਸਟ ਆਓ ਬੈਂਕਿੰਗ ਦੀ ਅਗਰ ਗੱਲ ਕਰਾਂ ਤਾਂ ਦੋ ਹੀ ਬੈਂਕ ਤੁਹਾਡੇ ਸਾਹਮਣੇ ਆਉਣਗੇ, ਇੱਕ ਤੁਹਾਡਾ ਸੈਂਟਰਲ ਬੈਂਕ ਅਤੇ ਦੂਸਰਾ ਤੁਹਾਡਾ ਆਉਂਦਾ ਆਪਣਾ ਕਮਰਸ਼ੀਅਲ ਬੈਂਕ। ਲੇਕਿਨ ਬੈਂਕਿੰਗ ਸਿਸਟਮ ਦੇ ਵਿੱਚ ਕੁਐਸਚਨ ਇਹਦੇ ਸੈਂਟਰਲ ਬੈਂਕ ਔਰ ਕਮਰਸ਼ੀਅਲ ਬੈਂਕ ਉੱਤੇ ਕਦੀ ਵੀ ਪੁੱਛੇ ਨਹੀਂ ਜਾਂਦੇ। ਬੈਂਕਿੰਗ ਸਿਸਟਮ ਉੱਤੇ ਕੁਐਸਚਨ ਪੁੱਛਿਆ ਜਾਂਦਾ ਹੈ ਕਿ ਕਿਹੜੇ ਇਸ਼ੂਜ਼ ਕ੍ਰੀਏਟ ਹੋਏ ਨੇ ਰੀਸੈਂਟਲੀ 2021 ਔਰ 20 ਦੇ ਵਿੱਚ ਜੋ ਬਜਟ ਪਾਸ ਹੋਇਆ ਸੀ, ਉਹ ਤੁਹਾਡਾ ਇਹਦੇ ਨਾਲ ਹੀ ਮਿਲਦਾ ਜੁਲਦਾ ਪੁਆਇੰਟ ਹੈ। ਜੇ 'ਚ ਆਪਾਂ ਕੁਛ ਹੁਣ ਫਰਵਰੀ ਦਾ ਕਰੰਟ ਅਫੇਅਰ ਜੋ ਬਜਟ ਤੁਹਾਡਾ ਫਰਵਰੀ ਦੇ ਵਿੱਚ ਵੀ ਆ ਰਿਹਾ, ਠੀਕ ਹੈ, ਉਹਦੇ ਆਪਾਂ ਮਲਟੀਪਲ ਕੁਐਸਚਨ ਜੀਕੇ ਦੇ ਕੁਐਸਚਨ ਉਹਦੇ ਵਿੱਚ ਵੀ ਕਰਾਂਗੇ, ਕਿਉਂਕਿ ਪੇਪਰ 'ਚ ਕਦੀ ਵੀ ਕੁਝ ਪੁੱਛਿਆ ਜਾ ਸਕਦਾ ਹੈ, ਠੀਕ ਹੈ ਜੀ। ਨੈਕਸਟ ਗਵਰਨਮੈਂਟ ਬਜਟ ਇੰਨਾ ਇੰਪੋਰਟੈਂਟ ਨਹੀਂ ਹੈ, ਲੇਕਿਨ ਫਿਰ ਵੀ ਇਹਦੇ ਵਿੱਚ ਆਪਾਂ ਕੰਪਲੀਟ ਕਰਾਂਗੇ ਦੋ ਹੀ ਚੀਜ਼ਾਂ ਜੋ ਸਾਡੇ ਵਾਸਤੇ ਮੇਨ ਨੇ। ਉਹਨੂੰ ਮੈਂ ਥਰਡ ਪੁਆਇੰਟ ਨੂੰ ਸਰਕਲ ਕੀਤਾ ਹੈ। ਦੋ ਚੀਜ਼ਾਂ ਕਿਹੜੀਆਂ ਨੇ, ਐਕਸਪੈਂਡੀਚਰ ਦੇ ਤੌਰ ਤੇ ਰੈਵਨਿਊ ਐਕਸਪੈਂਡੀਚਰ ਐਂਡ ਕੈਪਿਟਲ ਐਕਸਪੈਂਡੀਚਰ ਕਿਹੜਾ ਹੁੰਦਾ ਹੈ, ਪਲਾਨ ਐਂਡ ਨॉन ਪਲਾਨ ਐਕਸਪੈਂਡੀਚਰ ਕਹਿ ਦੋ ਜਾਂ ਡਿਵੈਲਪਮੈਂਟ ਕਹਿ ਦੋ ਜਾਂ ਡਿਵੈਲਪਮੈਂਟਲ ਕੋਸਟ ਕਹਿ ਦੋ, ਉਹ ਕਿਹੜੀ ਹੁੰਦੀ ਹੈ, ਦੋ ਚੀਜ਼ਾਂ ਦੀ ਨਾਲ ਗੱਲ ਕਰਾਂਗੇ, ਠੀਕ ਹੈ ਜੀ। ਮੋਸਟ ਇੰਪੋਰਟੈਂਟ ਅਗਲਾ ਪੁਆਇੰਟ ਸਾਡੇ ਵਾਸਤੇ ਬੈਲੈਂਸ ਆਫ ਟ੍ਰੇਡ, ਠੀਕ ਹੈ, ਇੱਕ ਬੈਲੈਂਸ ਆਫ ਪੇਮੈਂਟ। ਇਹਦੇ ਵਿੱਚ ਕੁਐਸਚਨਸ ਬਹੁਤ ਪੁੱਛੇ ਜਾਂਦੇ ਨੇ। ਬੋਟ ਕੀ ਹੁੰਦਾ ਹੈ, ਬੋਬ ਕੀ ਹੁੰਦਾ ਹੈ, ਬੈਲੈਂਸ ਆਫ ਟ੍ਰੇਡ ਔਰ ਬੈਲੈਂਸ ਆਫ ਪੇਮੈਂਟ, ਇਹ ਚੀਜ਼ਾਂ ਕੀ ਹੁੰਦੀਆਂ ਨੇ। ਕੈਪੀਟਲ ਅਕਾਊਂਟ, ਉਸ ਤੋਂ ਬਾਅਦ ਕਰੰਟ ਅਕਾਊਂਟ, ਦੈਨ ਉਸ ਤੋਂ ਬਾਅਦ ਅਗਰ ਇਹ ਦੋਨੋਂ ਆਪਸ ਵਿੱਚ ਨਹੀਂ ਮੈਚ ਹੁੰਦੇ ਤਾਂ ਗਵਰਨਮੈਂਟ ਕੀ ਕਰਦੀ ਹੈ, ਠੀਕ ਹੈ। ਅਕੋਮੋਡੇਸ਼ਨ ਲਾਈਨ ਕਿਹੜੀ ਹੁੰਦੀ ਹੈ, ਐਡਜਸਟਡ ਲਾਈਨ ਕਿਹੜੀ ਹੁੰਦੀ ਹੈ, ਉਹ ਸਾਰੀ ਚੀਜ਼ਾਂ ਦੀ ਗੱਲ ਕਰਾਂਗੇ। ਨੈਕਸਟ ਆਓ ਇੱਕ ਨੀਚੇ ਥੋੜਾ ਜਿਹਾ ਹਲਕਾ ਜਿਹਾ ਪੁਆਇੰਟ ਦਿੱਤਾ ਹੋਇਆ ਹੈ, ਆ ਬਰੀਫ ਐਨਾਲਿਸਿਸ ਅਬਾਊਟ ਦਾ ਰੀਸੈਂਟ ਫੋਰਨ ਐਕਸਚੇਂਜ ਰੇਟ ਇਸ਼ੂਜ਼। ਮਤਲਬ ਕਿ ਇਹ ਜਿਹੜਾ ਟੌਪਿਕ ਬਣ ਕੇ ਆਏਗਾ ਫੋਰਨ ਐਕਸਚੇਂਜ ਰੇਟ ਦਾ ਬਣੇਗਾ, ਡਾਲਰ ਕਿੰਨੇ ਦੇ ਇਕੁਅਲ ਹੋਏਗਾ, ਕਿਹੜੇ ਸਿਸਟਮ ਸ਼ੁਰੂ ਕੀਤੇ ਗਏ ਸੀ, ਕਰੋਲਿੰਗ ਪੈਕ ਕੀ ਹੁੰਦਾ ਹੈ, ਉਹ ਚੀਜ਼ਾਂ ਦੀ ਆਪਾਂ ਇਹਦੇ ਨਾਲ ਗੱਲ ਕਰਾਂਗੇ, ਠੀਕ ਹੈ ਬੇਟੇ। ਇਹ ਤੁਹਾਡਾ ਆਪਣਾ ਨਟਸ਼ੈਲ ਦੇ ਵਿੱਚ ਮੈंने ਵੈਸੇ ਬਹੁਤ ਜ਼ਿਆਦਾ ਇੱਕ ਤਰ੍ਹਾਂ ਜਲਦੀ ਕਹਿ ਸਕਦੇ ਹੋ ਜਾਂ ਥੋੜਾ ਬਹੁਤ ਦੱਸਤਾ ਆਪਣਾ ਕਿੰਨੇ ਤੋਂ ਸਿਲੇਬਸ ਜੋ ਇੱਕ ਕਹਿਣ ਦਾ ਮਤਲਬ ਜੋ ਇੱਕ ਸਿਲੇਬਸ ਹੈ ਤੁਹਾਡੇ ਆਪਣੇ ਸਕੂਲ ਬੇਸ ਉੱਤੇ ਸਿਲੇਬਸ ਬਹੁਤ ਜ਼ਿਆਦਾ ਹੈ। ਇਸ ਨੂੰ ਬਿਲਕੁਲ ਵੀ ਇਸ ਤਰ੍ਹਾਂ ਨਾ ਲਿਓ ਕਿ ਇਹ ਹੋ ਜਾਏਗਾ ਬਹੁਤ ਜ਼ਿਆਦਾ ਸਿੰਪਲ ਹੈ, ਲੇਕਿਨ ਕੁਐਸਚਨ ਬਹੁਤ ਜ਼ਿਆਦਾ ਐਕਸਟਰਾ ਪੁੱਛੇ ਜਾਂਦੇ ਨੇ, ਉਹ ਬੜੇ ਡੀਪਲੀ ਵੇ ਨਾਲ ਪੁੱਛੇ ਜਾਂਦੇ ਨੇ। ਲੇਕਿਨ ਬਾਲਾਜੀ ਐਜੂਕੇਸ਼ਨ ਪੁਆਇੰਟ ਕਰਨੀ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ। ਇਹ ਸਾਰੀ ਚੀਜ਼ਾਂ ਤੁਹਾਨੂੰ ਬੜੇ ਬੇਸਿਕ ਵੇ ਨਾਲ ਡੀਪਲੀ ਵੇ ਨਾਲ ਕਰਵਾਈ ਜਾਣਗੀਆਂ। ਹੁਣ ਜਿਹੜੀ ਬਾਲਾਜੀ ਐਜੂਕੇਸ਼ਨ ਪੁਆਇੰਟ ਕਰਨੀ ਤੋਂ ਇਹ ਚੀਜ਼ ਦਿੱਤੀ ਜਾ ਰਹੀ ਹੈ, ਉਸ 'ਚ ਕਿਹੜੀ ਚੀਜ਼ਾਂ ਨੇ। ਟੋਟਲ ਫਸਟ ਪੁਆਇੰਟ ਅਗਰ ਮੈਂ ਗੱਲ ਕਰਾਂ ਤਾਂ ਤੁਹਾਨੂੰ ਆਪਣੀ ਟੋਟਲ 20 ਮੌਕ ਟੈਸਟ ਦਿੱਤੇ ਜਾਣਗੇ ਬਾਲਾਜੀ ਐਜੂਕੇਸ਼ਨ ਪੁਆਇੰਟ ਕਰਨੀ ਤੋਂ, ਜੋ ਤੁਹਾਡੇ ਆਪਣੇ ਮਿਕਸਡ ਹੋਣਗੇ, ਕਿਉਂਕਿ ਮੌਕ ਟੈਸਟ ਤਾਂ ਆਲਰੇਡੀ ਮਿਕਸ ਹੀ ਹੁੰਦੇ ਨੇ ਨਾ। ਉਸ ਤੋਂ ਬਾਅਦ ਸੈਕਿੰਡ ਹੈ ਤੁਹਾਡਾ ਆਪਣਾ, ਇਹਦੇ ਵਿੱਚ ਤੁਹਾਨੂੰ ਟੋਟਲ ਇੰਡੀਵਿਜੂਅਲ 25 ਦੀ ਗੱਲ ਕੀਤੀ ਹੈ। ਇੰਡੀਵਿਜੂਅਲ ਮਤਲਬ ਕਿ ਜੋ ਪਰ ਟੌਪਿਕ ਦਿੱਤੇ ਹੋਏ ਨੇ ਤੁਹਾਨੂੰ ਆਪਣੇ, ਇਹਦੇ ਸਿੰਗਲ ਤੁਹਾਨੂੰ ਕੀ ਦਿੱਤੇ ਜਾਣਗੇ, ਸੈਕਸ਼ਨਲ ਟੈਸਟ ਦਿੱਤੇ ਜਾਣਗੇ, ਠੀਕ ਹੈ। ਕੀ ਹੋਣਗੇ ਤੁਹਾਡੇ ਆਪਣੇ ਸੈਕਸ਼ਨਲ ਟੈਸਟ ਹੋਣਗੇ, ਜਿਹਦੇ ਵਿੱਚ ਤੁਹਾਨੂੰ ਅਸੀਂ ਪੁੱਛਾਂਗੇ ਕਿ ਇਹ ਤੁਹਾਡੇ ਕੋਈ ਡਾਊਟ ਇਹਨਾਂ 'ਚ ਅਗਰ ਕੋਈ ਬਣਦਾ ਹੈ ਤਾਂ ਉਹਦੇ ਵਾਸਤੇ ਥਰਡ ਰੇਂਜ ਰੱਖੀ ਹੈ। ਥਰਡ ਰੇਂਜ ਕੀ ਹੈ ਤੁਹਾਡੀ ਆਪਣੀ 10 ਲਾਈਵ ਡਾਊਟ ਸੈਸ਼ਨ ਰੱਖੇ ਜਾਣਗੇ, ਇਹ ਧਿਆਨ ਰੱਖਿਓ, 10 ਲਾਈਵ ਡਾਊਟ ਸੈਸ਼ਨ ਰੱਖੇ ਜਾਣਗੇ,
ਜਿਹਦੇ ਵਿੱਚ ਅਗਰ ਕੋਈ ਬੱਚੇ ਨੂੰ ਲੱਗਦਾ ਕਿ ਸਾਨੂੰ ਇਹ ਪ੍ਰੋਬਲਮ ਹੋ ਰਹੀ ਹੈ ਤੇ ਤੁਸੀਂ ਉਹ ਪ੍ਰੋਬਲਮ ਸਿੱਧਾ ਤੁਸੀਂ ਟੀਚਰਸ ਦੇ ਨਾਲ ਲਾਈਵ ਪੁੱਛ ਸਕਦੇ ਹੋ। ਬੇਟੇ ਅਗਰ ਫਿਰ ਵੀ ਕੋਈ ਕੁਝ ਚੀਜ਼ ਰਹਿ ਜਾਂਦੀ ਹੈ ਤਾਂ ਤੁਸੀਂ ਜਦੋਂ ਮਰਜ਼ੀ ਕਾਲ ਕਰ ਸਕਦੇ ਹੋ, ਠੀਕ ਹੈ। ਅਗਰ ਕੋਈ ਵੀ ਡਾਊਟ ਹੈ ਤਾਂ ਕਾਲ ਕਰਨ ਵਾਸਤੇ ਜੋ ਕੰਟੈਕਟ ਨੰਬਰ ਹੈ ਬਾਲਾ ਐਜੂਕੇਸ਼ਨ ਪੁਆਇੰਟ ਦਾ, ਉਹ ਇਹ ਨੰਬਰ ਹੈ 9646810103। ਇਸ ਵੀਡੀਓ ਦੇ ਲੈਕਚਰ ਦੇ ਨੀਚੇ ਤੁਹਾਨੂੰ ਆਪਣੇ ਇੱਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਇੱਕ WhatsApp ਗਰੁੱਪ ਮਿਲੇਗਾ, ਔਰ ਸਿਰਫ ਕਮਰਸ ਬੇਸ ਤੇ ਹੀ ਹੈ। ਤੁਹਾਡਾ ਧਿਆਨ ਰੱਖਿਓ, ਕੋਈ ਐਕਸਟਰਾ ਨਹੀਂ ਹੈ, ਵਰਡਸ ਬੇਸ ਤੇ ਹੀ ਹੈ, ਕਮਰਸ ਬੇਸ ਤੇ ਹੀ ਹੈ। ਔਰ ਤੁਸੀਂ ਆਲਰੇਡੀ ਤੁਸੀਂ ਆਪਣੇ ਲਿੰਕ ਤੇ ਜੁਆਇਨ ਕਰ ਸਕਦੇ ਹੋ। ਉਹਦੇ ਵਿੱਚ ਆਲਰੇਡੀ ਵੀਡੀਓਜ਼ ਵੀ ਪੈ ਚੁੱਕੀਆਂ ਨੇ ਕਈ ਬੱਚਿਆਂ ਨੂੰ। ਤਾਂ ਅਗਰ ਜੋ ਬੱਚੇ ਐਡ ਹੋਣਾ ਚਾਹੁੰਦੇ ਆ ਦੇ ਹੈਵ ਟੂ ਐਡ ਔਨ, ਉਹ ਐਡ ਹੋ ਸਕਦੇ ਨੇ। ਉਸ ਤੋਂ ਬਾਅਦ ਇਸ ਵੀਡੀਓ ਦੇ ਨੀਚੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਇੱਕ ਟੈਲੀਗ੍ਰਾਮ ਗਰੁੱਪ ਵੀ ਦਿੱਤਾ ਹੋਇਆ ਹੈ, ਉਹਨੂੰ ਤੁਸੀਂ ਜੁਆਇਨ ਕਰ ਸਕਦੇ ਹੋ, ਤਾਂ ਕਿ ਅਗਰ ਕੋਈ ਬੱਚਾ ਕੋਈ ਕਿਸੇ ਚੀਜ਼ ਤੋਂ ਨੌਲੇਜ ਤੋਂ ਵੀ ਰਹਿ ਜਾਂਦਾ, ਚਲੋ ਇਹ ਤਾਂ ਕਮਰਸ ਬੇਸ ਤੇ ਪੇਪਰ, ਅਗਰ ਕੋਈ ਹੋਰ ਕੰਪੀਟੀਸ਼ਨ ਐਗਜ਼ਾਮ ਦੀ ਤਿਆਰੀ ਕਰਨਾ ਵੀ ਚਾਹੁੰਦਾ ਤਾਂ ਉਹ ਬੱਚਾ ਰਹਿ ਨਾ ਜਾਵੇ। ਇਹ ਧਿਆਨ ਰੱਖਣਾ ਬੇਟੇ, ਠੀਕ ਹੈ। ਇਹ ਤੁਹਾਡਾ ਆਪਣੇ ਕਮਰਸ ਬੇਸ ਤੇ ਸੀ, ਜਿਹਦੇ ਵਿੱਚ ਟੋਟਲ 43 ਵੈਕੈਂਸੀਜ਼ ਆਊਟ ਹੋਈਆਂ ਸੀਗੀਆਂ। ਲਾਸਟ ਡੇਟ ਆਲਰੇਡੀ 30 ਜਨ ਸੀਗੀ 2021, ਠੀਕ ਹੈ। ਧਿਆਨ ਰੱਖਣਾ, ਉਹ ਜੋ ਕੁਐਸਚਨ ਪੁੱਛੇ ਜਾਣਗੇ ਤੁਹਾਡੇ ਆਪਣੇ 150 ਮਾਰਕਸ ਤੇ ਹੈਗੇ ਆ। ਹੁਣ ਸਿਲੇਬਸ ਕੀ ਸੀ ਔਰ ਮੈਂ ਤੁਹਾਨੂੰ ਦੱਸ ਚੁੱਕਿਆ, ਠੀਕ ਹੈ ਜੀ। ਥੈਂਕ ਯੂ ਸੋ ਮਚ।